हेलो एवरीवन, मेरा नाम निष्ठा बंसल है। आई एम अ फाइनल ईयर एमबीबीएस स्टूडेंट इन एम्स भोपाल। मैंने अपना नीट 2020 ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਰੈਂਕ 484 ਸੀਗਾ। ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਐਨੀਮਲ ਕਿੰਗਡਮ। ਐਨੀਮਲ ਕਿੰਗਡਮ ਜਿਹੜਾ ਯੂਨਿਟ ਡਾਇਵਰਸਿਟੀ ਦਾ ਉਹਦਾ ਲਾਸਟ ਚੈਪਟਰ ਹੈ। ਤਾਂ ਇਹਦੇ ਅੰਦਰ ਜਿਹੜੇ ਆਪਾਂ ਨੇ ਬੇਸਿਕਸ ਪੜ੍ਹੇ ਹੋਣਗੇ ਸਭ ਨੇ ਕਿ एनिमल्स किसी भी स्पीशीज का या किसी भी ऑर्गेनिज्म का नॉमेनक्लेचर क्यों इंपॉर्टेंट है तो क्लासिफिकेशन क्यों करते हो फॉर ईजी आइडेंटिफिकेशन ते ਉਹਨੂੰ ਅੱਛੀ ਤਰ੍ਹਾਂ ਸਮਝਣ ਲਈ ਐਵੋਲੂਸ਼ਨ ਨੂੰ ਸਮਝਣ ਲਈ ਤਾਂ ਕਰਕੇ ਸਾਰੇ ਕੰਮ ਹੁੰਦੇ ਨੇ। ਤਾਂ ਐਜ਼ ਆਲਵੇਸ ਚੈਪਟਰ ਦੀ ਸਟਾਰਟਿੰਗ 'ਚ ਇੱਕ ਬੇਸਿਕ ਇੰਟਰੋਡਕਸ਼ਨ ਦਿੱਤੀ ਗਈ ਹੈ ਕਿ when you look around you'll observe different animals with different structures and forms. As over a million species of animals have been described till now, the need for classification becomes all the more important. The classification also helps in assigning a systematic position to the newly described species. ਇਹ ਤਾਂ ਹੋ ਗਿਆ ਇੰਟਰੋਡਕਸ਼ਨ। ਹੁਣ ਇਸ ਤੋਂ ਬਾਅਦ ਆਉਂਦਾ ਹੈ ਬੇਸਿਕ ਕਲਾਸੀਫਿਕੇਸ਼ਨ। ਇਹ ਐਨੀਮਲ ਕਿੰਗਡਮ ਦੇ ਅੰਦਰ ਆਰਗੈਨਿਜ਼ਮਸ ਨੂੰ ਡਿਫਰੈਂਟ ਫਾਈਲਮਸ ਦੇ ਅੰਦਰ ਕਲਾਸੀਫਾਈ ਕਰਨ ਲਈ ਕਿਵੇਂ ਕੀਤਾ ਜਾਂਦਾ ਹੈ। ਤਾਂ in spite of differences in structures and forms of different animals, obviously structure ਤੇ forms ਤਾਂ ਬਹੁਤ different ਤੇ variety ਮਿਲਦੀ ਆਪਾਂ ਨੂੰ animals ਦੇ ਅੰਦਰ ਕਿ evolution ਦੇ process ਦੇ through ਬਹੁਤ ਸਾਰੇ different structures develop ਹੋਏ ਨੇ, ਬਹੁਤ different adaptations ਆਈਆਂ ਨੇ। ਤਾਂ ਉਹਦੇ basis ਤੇ ਬਹੁਤ ਸਾਰੀ animal species ਬਣ ਗਈਆਂ ਨੇ, but the basic fundamental features ਜਿਹੜੀਆਂ ਹੈਗੀਆਂ ਨੇ ਉਹ common ਹੈ to various individuals in relation to the arrangement of cells हो गया, body symmetry हो गई, फिर nature of coelom हो गया, patterns of digestive, circulatory और reproductive systems हो गए। ते सारे basic features ਦੇ basis ਤੇ animals ਨੂੰ classify ਕੀਤਾ ਜਾਂਦਾ ਹੈ। ਤਾਂ ਉਸ ਤੋਂ ਸਭ ਤੋਂ ਪਹਿਲਾਂ ਆਪਾਂ ਹੁਣ ਕਵਰ ਕਰਾਂਗੇ levels of organization. Though all members of Animalia are multicellular, ਐਨੀਮੇਲੀਆ ਓਬਵੀਅਸਲੀ ਜਿਹੜਾ ਕਿੰਗਡਮ ਹੈ ਉਹਦੇ ਅੰਦਰ ਸਾਰੇ ਮਲਟੀਸੈਲਰ ਆਉਂਦੇ ਨੇ, ਯੂਨੀਸੈਲਰ ਸਾਰੇ ਪ੍ਰੋਟਿਸਟਾ ਦੇ ਅੰਦਰ ਨੇ, ਯੂਕੈਰੀਓਟਿਕ। ਹੁਣ ਐਨੀਮੇਲੀਆ ਦੇ ਅੰਦਰ ਮਲਟੀਸੈਲਰ ਆਉਂਦੇ ਨੇ। ਐਨੀਮੇਲੀਆ ਕਿਵੇਂ ਕਲਾਸੀਫਾਈ ਹੋਇਆ ਸੀਗਾ ਕਿ ਸਭ ਤੋਂ ਪਹਿਲਾਂ ਜਿਵੇਂ ਡਾਇਵਰਸਿਟੀ ਚ ਆਪਾਂ ਦੇਖਦੇ ਹਾਂ ਕਿ ਪ੍ਰੋਕੈਰੀਓਟਿਕ, ਯੂਕੈਰੀਓਟਿਕ ਦੇ ਅੰਦਰ ਉਸ ਤੋਂ ਬਾਅਦ ਸਿੰਗਲ ਸੈਲ, ਮਲਟੀਸੈਲਰ ਦੇ ਅੰਦਰ ਆਉਂਦੇ ਸੈਲ ਵਾਲ, ਵਿਦਾਊਟ ਸੈਲ ਵਾਲ, ਤੇ ਉਸ ਤੋਂ ਬਾਅਦ ਵਿਦਾਊਟ ਸੈਲ ਵਾਲ ਦੇ ਅੰਦਰ ਐਨੀਮੇਲੀਆ ਆ ਗਈ ਜਿਹੜਾ ਆਪਣਾ ਖਾਣਾ ਖੁਦ ਬਣਾਉਂਦੇ, ਮਤਲਬ ਖੁਦ ਨਹੀਂ ਬਣਾ ਸਕਦੇ, ਆਪਣਾ ਦੂਜੇ ਦੇ ਉੱਤੇ ਫੀਡ ਕਰਦੇ ਨੇ। ਹੁਣ ਉਸ ਤੋਂ ਬਾਅਦ ਆਉਂਦੇ ਕਿ ਦੋ ਆਲ ਦੀ members of Animalia are multicellular. All of them do not exhibit the same pattern of organization of cells. ਉਹ ਤਾਂ ਹੈ ਕਿ different animals ਦੇ need ਦੇ according, ਉਹਨਾਂ ਦੇ function ਦੇ according ਜਾਂ ਉਹਨਾਂ ਦੇ way of lifestyle ਦੇ according ਪੈਟਰਨ ਆਫ ਜਿਹੜਾ ਆਰਗੇਨਾਈਜੇਸ਼ਨ ਆਫ ਸੈਲ ਹੈ ਉਹ ਡਿਫਰੈਂਟ ਰਹੇਗਾ। ਤੇ ਜਿਵੇਂ ਸਪੌਂਜਸ ਹੈ, ਸਪੌਂਜਸ ਹੈਗੇ ਨੇ ਆਰਗੈਨਿਜ਼ਮ ਜਿਹੜੇ ਫਰਸਟ ਫਾਈਲਮ ਪੋਲੀਫੇਰਾ ਦੇ ਅੰਦਰ ਆਉਂਦੇ ਨੇ। ਉਹਨਾਂ ਦੇ ਅੰਦਰ ਲੂਜ਼ ਸੈਲ ਐਗਰੀਗੇਟਸ ਮਿਲਦੇ ਨੇ। ਦੈਟ ਇਜ਼ ਦੇ ਐਗਜ਼ਿਬਿਟ ਸੈਲੂਲਰ ਲੈਵਲ ਆਫ ਆਰਗੇਨਾਈਜੇਸ਼ਨ। ਹੁਣ ਉਸ ਤੋਂ ਬਾਅਦ ਆ ਜਾਂਦਾ ਕਿ ਇਹਦੇ ਅੰਦਰ ਕੁਝ ਡਿਵੀਜ਼ਨ ਆਫ ਲੇਬਰ ਤਾਂ ਹੋਏਗਾ ਹੀ ਓਬਵੀਅਸਲੀ, ਕਿਉਂਕਿ ਹੁਣ ਬਹੁਤ ਸਾਰੇ ਫੰਕਸ਼ਨਸ ਹੈ ਜਿਹੜੇ ਇੱਕ ਆਰਗੈਨਿਜ਼ਮ ਨੇ ਪਰਫਾਰਮ ਕਰਨੇ ਹੁੰਦੇ ਆ। फूड इनटेक हो गया, उस तो बाद डाइजेशन हो गया, फिर रेस्पिरेशन हो गया, फिर उस तो बाद रिप्रोडक्शन हो गया, फिर एक्सक्रीशन हो गया, रीनल सिस्टम हो गया। ਇਹ ਕਰਕੇ ਸਾਰੇ ਸਿਸਟਮਸ ਹੈ ਤੇ ਇਹਨਾਂ ਦੇ ਲਈ ਡਿਫਰੈਂਟ ਸੈਲਸ ਸਪੈਸ਼ਲਾਈਜ਼ਡ ਹੁੰਦੇ ਨੇ। ਤਾਂ ਡਿਵੀਜ਼ਨ ਆਫ ਲੇਬਰ ਤਾਂ ਮਿਲਦੀ ਹੈ। ਜਿਵੇਂ ਹੁਣ ਸਿਲਿੰਡਰੇਟਸ ਹੈ, ਉਹਨਾਂ ਦੇ ਅੰਦਰ ਜਿਹੜੀ ਅਰੇਂਜਮੈਂਟ ਆਫ ਸੈਲਸ ਇਟ ਇਜ਼ ਮੋਰ ਕੰਪਲੈਕਸ, ਹੈਂਸ ਦੀ ਸੈਲ ਪਰਫਾਰਮਿੰਗ ਦੀ ਸੇਮ ਫੰਕਸ਼ਨ ਅਰੇਂਜਡ ਇਨਟੂ ਟਿਸ਼ੂਜ਼। ਤਾਂ ਸੈਲਸ ਟਿਸ਼ੂਜ਼ ਦੇ ਅੰਦਰ ਅਰੇਂਜ ਹੁੰਦੇ ਨੇ। ਤਾਂ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਅਗਰ ਸਟਿਲ ਹਾਇਰ ਆਰਗੇਨਾਈਜੇਸ਼ਨ ਦੇਖੀਏ ਤਾਂ ਆਰਗਨ ਲੈਵਲ ਐਗਜ਼ਿਬਿਟ ਕਰਦੇ ਨੇ ਮੈਂਬਰਸ ਆਫ ਪਲੈਟੀਹੈਲਮਿਨਸ। ਫਿਰ ਉਸ ਤੋਂ ਬਾਅਦ ਅਗਰ ਉਸ ਤੋਂ ਵੀ ਉੱਤੇ ਜਾਈਏ ਉਹ ਫਾਈਲਾਂ ਤੋਂ ਉੱਤੇ ਵੀ, ਤਾਂ ਉਸ ਤੋਂ ਬਾਅਦ ਆਪਾਂ ਨੂੰ ਮਿਲੇਗਾ ਕਿ ਆਰਗਨ ਸਿਸਟਮ ਲੈਵਲ ਆਫ ਆਰਗੇਨਾਈਜੇਸ਼ਨ ਹੋਏਗਾ। ਆਰਗਨ ਲੈਵਲ ਕਾਲ ਕਰਦੇ ਪਲੈਟੀਹੈਲਮਿਨਸ। ਤੇ ਅਦਰ ਹਾਇਰ ਫਾਈਲਾ ਵੇਅਰ ਟਿਸ਼ੂ ਆਰ ਗਰੁਪ ਟੁਗੇਦਰ ਟੂ ਫਾਰਮ organs and each specialized to perform a particular function. ਤਾਂ ਆ ਜਾਏਗੀ ਜਿਵੇਂ annelids, arthropods, mollusks, echinoderms ਤੇ chordates। ਇਹਨਾਂ ਸਭ ਦੇ ਅੰਦਰ organs ਜਿਹੜੇ ਹੁੰਦੇ ਨੇ ਉਹ ਐਸੋਸੀਏਟ ਹੋ ਕੇ ਫੰਕਸ਼ਨਲ ਸਿਸਟਮਸ ਬਣਾ ਲੈਂਦੇ ਨੇ ਤੇ ਸਿਸਟਮਸ ਕੰਸਰਨਡ ਵਿਦ ਸਪੈਸਿਫਿਕ ਫਿਜ਼ੀਓਲੋਜੀਕਲ ਫੰਕਸ਼ਨ ਹੁੰਦੇ ਨੇ। ਕਿ ਸਪੋਜ਼ ਹੁਣ ਹਾਰਟ, ਬਲੱਡ ਵੈਸਲਸ ਤੇ ਬਲੱਡ, ਇਹ ਸਾਰਾ ਬਣਾਏਗਾ ਕਾਰਡੀਓਵੈਸਕੂਲਰ ਸਿਸਟਮ, ਠੀਕ ਹੈ।
ਐਂ ਕਰਕੇ ਬ੍ਰੇਨ ਤੇ ਨਿਊਰੋਨਸ ਤੇ ਨਿਊਰੋਨਲ ਨੈਟਵਰਕਸ ਵਗੈरह स्पाइनल कॉर्ड ये सारा बनाएगा नर्वस सिस्टम। इसके बेसिस पे बन जाएगा ऑर्गन सिस्टम लेवल ऑफ ऑर्गेनाइजेशन। ਹੁਣ आएगा कि organ systems in different groups of animals exhibit various patterns of complexities। ਤਾਂ ਹੁਣ ਹੋ ਗਿਆ ਕਿ ਇਹਨਾਂ ਦੇ ਅੰਦਰ ਵੀ ਬਹੁਤ ਸਾਰੀ ਕੰਪਲੈਕਸਿਟੀਜ਼ ਹੁੰਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਡਾਈਜੈਸਟਿਵ ਸਿਸਟਮ ਬਾਰੇ। ਹੁਣ ਡਾਈਜੈਸਟਿਵ ਸਿਸਟਮ ਦਾ ਕਿਵੇਂ ਰਹਿੰਦਾ ਕਿ ਦੋ ਓਪਨਿੰਗਸ ਹੁੰਦੀਆਂ ਨੇ। ਕਿਹੜੇ ਕਿਹੜੇ ਦੋ ਓਪਨਿੰਗਸ ਹੁੰਦੀਆਂ ਨੇ? ਮਾਊਥ ਹੋਏਗਾ ਤੇ ਏਨਸ ਹੋਏਗਾ। ਮਤਲਬ ਜਿਸ ਤੋਂ ਇੱਕ ਤਾਂ ਹੋਏਗਾ ਇੰਜੈਸ਼ਨ ਲਈ, ਇੱਕ ਹੋਏਗਾ ਡੈਫਿਕੇਸ਼ਨ ਲਈ ਜਾਂ ਇਜੈਸ਼ਨ ਲਈ। ਹੁਣ ਇਹ ਹੈ ਕਿ ਜਦੋਂ ਐਵੋਲੂਸ਼ਨ ਹੋ ਰਹੀ ਸੀ ਸਟਾਰਟਿੰਗ ਚ ਕੁਝ ਆਰਗੈਨਿਜ਼ਮਸ ਦੇ ਸਿਰਫ ਸਿੰਗਲ ਓਪਨਿੰਗ ਸੀਗੀ, ਸਿੰਗਲ ਓਪਨਿੰਗ। ਠੀਕ ਹੈ, ਤਾਂ ਉਹਨਾਂ ਸਟਰਕਚਰ ਕੁਝ ਐਵੇਂ ਸੀਗਾ ਕਿ ਇੱਕ ਹੀ ਓਪਨਿੰਗ ਤੋਂ ਅੰਦਰ ਵੀ ਜਾਏਗਾ ਤੇ ਇसी ਓਪਨਿੰਗ ਤੋਂ ਸਮਾਨ ਬਾਹਰ ਵੀ ਆਏਗਾ। ਤਾਂ ਕੁਝ ਐਵੇਂ ਬਲਾਈਂਡ ਸੈਕ ਦੀ ਤਰ੍ਹਾਂ ਦਾ ਆਰਗੇਨਾਈਜੇਸ਼ਨ ਸੀਗਾ। ਫਿਰ ਕੁਝ ਦੇ ਅੰਦਰ ਸੀਗਾ ਕਿ ਦੋ ਓਪਨਿੰਗਸ ਹੈ ਤੇ ਇੱਕ ਟਿਊਬ ਆ ਰਹੀ ਤੇ ਇੱਕ ਫਿਰ ਐਵੇਂ ਬੋਡੀ, ਮਤਲਬ ਬਾਹਰ ਜਿਹੜੀ ਜਰਮ ਲੇਅਰਸ ਹੁੰਦੇ ਨੇ ਉਹ ਸੀਗੇ ਤੇ ਇਹਨੂੰ ਕੁਝ ਐਵੇਂ ਟਿਊਬ ਵਿਦਨ ਟਿਊਬ ਵਗੈरह ਬੋਲਦੇ ਹੈਗੇ ਨੇ। ਤਾਂ ਐਵੇਂ ਕਰਕੇ ਹੈ ਜਾਂ ਤਾਂ ਸਿੰਗਲ ਓਪਨਿੰਗ ਹੁੰਦੀ ਹੈ ਜਾਂ to the outside of the body that serves both his anus and mouth, ਜਿਹਨੂੰ ਇਨਕੰਪਲੀਟ ਡਾਈਜੈਸਟਿਵ ਸਿਸਟਮ ਬੋਲਾਂਗੇ। ਤੇ ਦੂਜਾ ਹੈ ਕੰਪਲੀਟ ਡਾਈਜੈਸਟਿਵ ਸਿਸਟਮ ਜਿਹਦੇ ਅੰਦਰ ਦੋ ਓਪਨਿੰਗਸ ਹੋਣਗੀਆਂ ਤੇ ਮਾਊਥ ਐਂਡ ਐਨਸ ਦੋਨੋਂ ਹੋਏਗਾ। ਇਹਨਾਂ ਕਰਕੇ ਸਰਕੂਲੇਟਰੀ ਸਿਸਟਮ ਵੀ ਆ ਗਿਆ। ਸਰਕੂਲੇਟਰੀ ਸਿਸਟਮ ਵੀ ਦੋ ਤਰ੍ਹਾਂ ਦਾ ਹੋ ਗਿਆ। ਇਹਦੇ ਅੰਦਰ ਹੁੰਦਾ ਓਪਨ ਟਾਈਪ ਤੇ ਕਲੋਜ਼ ਟਾਈਪ। ਓਪਨ ਟਾਈਪ ਤੇ ਕਲੋਜ਼ ਟਾਈਪ ਦਾ ਕੀ ਮਤਲਬ ਹੈ? ਓਪਨ ਦੇ ਅੰਦਰ ਕੀ ਹੁੰਦਾ ਕਿ ਜਿਹੜੇ ਆਰਗਨਸ ਹੁੰਦੇ ਨੇ ਸਾਰੇ ਉਹ ਸਾਰੇ ਬਲੱਡ ਦੇ ਅੰਦਰ ਦੇ ਆਰ ਬਲੱਡ ਬਾਥਸ। ਮਤਲਬ ਕਿ ਜਿਵੇਂ ਸਪੋਜ਼ ਐਵੇਂ ਪੂਰਾ ਬਲੱਡ ਦਾ ਇੱਕ ਕੰਟੇਨਰ ਹੈ ਜਾਂ ਫਿਰ ਮਤਲਬ ਆਰਗੈਨਿਜ਼ਮ ਉਹਦੇ ਅੰਦਰ ਬਲੱਡ ਐਵੇਂ ਪੂਰਾ ਲੂਜ਼ ਪਿਆ ਤੇ ਉਹਦੇ ਅੰਦਰ ਹੀ ਆਰਗਨਸ ਫਲੋਟ ਕਰ ਰਹੇ ਨੇ। ਲਿਵਰ, ਕਿਡਨੀ, ਹਾਰਟ ਇਹ ਅੰਦਰ ਫਲੋਟ ਕਰ ਰਹੇ ਨੇ। ਤੇ ਪੰਪਿੰਗ ਕਿਵੇਂ ਹੁੰਦੀ ਹੈ? ਪ੍ਰੈਸ਼ਰ ਗ੍ਰੇਡੀਅੰਟ ਦੇ ਬੇਸਿਸ ਤੇ ਪੰਪਿੰਗ ਹੁੰਦੀ ਹੈ ਜਾਂ ਫਿਰ ਬੋਡੀ ਦੀ ਮੂਵਮੈਂਟ ਦੇ ਉੱਤੇ ਪੰਪਿੰਗ ਹੁੰਦੀ ਹੈ ਉਹਨਾਂ ਦੇ ਅੰਦਰ। ਉਸ ਤੋਂ ਬਾਅਦ ਆ ਜਾਂਦਾ ਕਲੋਜ਼ਡ ਟਾਈਪ। ਕਲੋਜ਼ ਟਾਈਪ ਦੇ ਅੰਦਰ ਕੀ ਹੁੰਦਾ ਕਿ ਜਿਹੜਾ ਬਲੱਡ ਹੁੰਦਾ ਨਾ ਬਲੱਡ ਵੈਸਲਸ ਦੇ ਅੰਦਰ ਟਰੈਵਲ ਕਰੇਗਾ, ਮਤਲਬ ਬਲੱਡ ਇਜ਼ ਕਲੋਜ਼ਡ ਇਨਟੂ ਸਮ ਵੈਸਲਸ, ਤਾਂ ਉਹ ਹੋ ਜਾਏਗਾ ਕਲੋਜ਼ਡ ਟਾਈਪ। तो open type की है open type in which the blood is pumped out of the heart and the cells and the tissue are directly bathed in it। ठीक है, ਹੁਣ closed type ਆ ਗਿਆ। closed type ਦੇ ਅੰਦਰ ਕੀ ਹੋਏਗਾ ਕਿ ਜਿਹੜਾ blood ਹੈ ਉਹ circulate ਹੁੰਦਾ through a series of vessels of varying diameters। the varying diameters arteries, veins and capillaries। arteries ਜਿਹੜੇ ਹੁੰਦੇ ਨੇ ਉਹ blood ਅਵੇ ਲੈ ਕੇ ਜਾਂਦੇ ਨੇ, ਦੂਰ ਲੈ ਕੇ ਜਾਂਦੇ ਨੇ ਹਾਰਟ ਤੋਂ, ਫਿਰ ਡਿਵਾਈਡ ਹੋ ਜਾਂਦੇ ਨੇ ਆਰਟੀਰੀਓ, ਸਮਾਲ ਆਰਟਰੀਜ਼, ਫਿਰ ਆਰਟੀਰੀਓਲਸ, ਫਿਰ ਉਸ ਤੋਂ ਬਾਅਦ ਇਵੈਂਚੁਅਲੀ ਕੈਪਿਲਰੀਜ਼ ਦੇ ਅੰਦਰ। ਕੈਪਿਲਰੀਜ਼ ਹੇਅਰ ਲਾਈਕ ਥਿਨ ਹੁੰਦੀਆਂ ਨੇ ਜਿਹੜੇ ਐਕਸਚੇਂਜ ਦੇ ਅੰਦਰ ਹੈਲਪ ਕਰਦੇ ਨੇ ਸੈਲ ਤੇ ਆਰਬੀਸੀ ਦੇ ਵਿੱਚ। ਫਿਰ ਉਸ ਤੋਂ ਬਾਅਦ ਉਹ ਜਾ ਕੇ ਜੁਆਇਨ ਹੋ ਕੇ ਵੇਨਿਊਲਸ ਬਣਾਉਂਦੇ ਨੇ, ਫਿਰ ਸਮਾਲ ਵੇਨਸ, ਫਿਰ ਸਿੱਧਾ ਲਾਰਜ ਵੇਨਸ, ਲਾਰਜ ਵੇਨ ਲੈਵਲ। ਫਿਰ ਉਹ ਜਾਂਦੇ ਹਾਰਟ ਦੇ ਅੰਦਰ, ਜਿਹੜਾ ਹਾਰਟ ਦੀ ਤਰਫ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੋਲਦੇ ਆ ਵੇਨਸ। ਉਸ ਤੋਂ ਬਾਅਦ ਹੁਣ ਆ ਜਾਂਦੇ ਸਿਮੈਟਰੀ। ਤਾਂ ਲੈਵਲ ਆਫ ਆਰਗੇਨਾਈਜੇਸ਼ਨ ਚ ਆਪਾਂ ਨੇ ਤਿੰਨ ਚੀਜ਼ਾਂ ਦੇਖੀਆਂ। ਸਭ ਤੋਂ ਪਹਿਲਾਂ ਤਾਂ ਦੇਖਿਆ ਕਿ ਸੈਲ, ਟਿਸ਼ੂ ਜਾਂ ਆਰਗਨ ਜਾਂ ਫਿਰ ਆਰਗਨ ਸਿਸਟਮ। ਫਿਰ ਉਸ ਤੋਂ ਬਾਅਦ ਆਪਾਂ ਨੇ ਡਾਈਜੈਸਟਿਵ ਸਿਸਟਮ ਦਾ ਦੇਖਿਆ। ਫਿਰ ਉਸ ਤੋਂ ਬਾਅਦ ਆਪਾਂ ਨੇ ਸਰਕੂਲੇਟਰੀ ਸਿਸਟਮ ਦਾ ਦੇਖਿਆ। ਹੁਣ ਅਗਰ ਕਿਸੇ ਨੇ ਹੋਰ ਡੀਪ ਚ ਪੜ੍ਹਨਾ ਹੋਵੇ ਬਟ ਐਸ ਸੱਚ ਸਿੰਸ ਹੁਣ ਪੂਰਾ NCERT ਬੇਸਡ ਹੁੰਦਾ ਨੀਟ, ਤਾਂ ਇੰਨੀ ਜ਼ਰੂਰਤ ਨਹੀਂ ਹੈ, ਲੋੜ ਨਹੀਂ ਹੈ। ਬਟ ਤਾਂ ਵੀ ਅਗਰ ਪੜ੍ਹਨਾ ਹੋਵੇ ਤਾਂ ਉਸ ਤੋਂ ਬਾਅਦ ਆ ਜਾਂਦਾ ਕਿ ਜਿਵੇਂ ਸਪੋਜ਼ ਐਕਸਕ੍ਰੀਟਰੀ ਸਿਸਟਮ ਦਾ ਦੇਖੀਏ ਤੇ ਐਕਸਕ੍ਰੀਟਰੀ ਸਿਸਟਮ ਦੇ ਵੀ ਲੈਵਲ ਆਫ ਕੰਪਲੈਕਸਿਟੀ ਹੁੰਦੀ ਹੈ। ਸਭ ਤੋਂ ਪਹਿਲਾਂ ਪਲੈਟੀਹੈਲਮਿਨਟਸ ਰਹਿੰਦੇ ਨੇ। ਪਲੈਟੀਹੈਲਮਿਨਟਸ ਦੇ ਅੰਦਰ ਸ਼ਾਇਦ ਫਲੇਮ ਸੈਲ, ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ। ਐਵੇਂ ਕਰਕੇ ਫਿਰ ਐਨਾਲਿਟਸ ਦੇ ਅੰਦਰ ਹੋਰ ਕੰਪਲੈਕਸ ਸੈਲਸ ਹੁੰਦੇ ਨੇ। ਫਿਰ ਉਸ ਤੋਂ ਬਾਅਦ ਆਰਥਰੋਪੋਡਸ ਆਉਂਦੇ ਨੇ। ਆਰਥਰੋਪੋਡਸ ਦੇ ਅੰਦਰ ਵੈਰਾਈਟੀ ਹੁੰਦੀ ਹੈ ਹਰ ਇੱਕ, ਮਤਲਬ ਉਹਦੇ ਨਾਲ ਜਿਹੜੇ ਅੱਗੇ ਗਰੁੱਪਸ ਹੁੰਦੇ ਨੇ ਅਲੱਗ ਗਰੁੱਪ ਦੇ ਅੰਦਰ ਡਿਫਰੈਂਟ ਟਾਈਪਸ ਆਫ ਸੈਲ ਹੁੰਦੇ ਨੇ। ਫਿਰ ਐਵੇਂ ਹੌਲੀ ਹੌਲੀ ਕਰਕੇ ਆਰਗਨ ਸਿਸਟਮ ਡਿਵੈਲਪ ਹੋ ਜਾਂਦਾ। ਜਿਵੇਂ ਹੁਣ ਐਨਾਲਿਟਸ ਹੈ, ਐਨਾਲਿਟਸ ਦੇ ਅੰਦਰ ਐਕਸਕ੍ਰੀਸ਼ਨ ਹੁੰਦੀ ਹੈ ਵਾਇਆ ਐਕਸਚੇਂਜ ਥਰੂ ਸਕਿਨ ਵੀ ਹੁੰਦਾ। ਠੀਕ ਹੈ, ਫਿਰ ਉਸ ਤੋਂ ਬਾਅਦ ਆ ਜਾਂਦਾ ਨਰਵਸ ਸਿਸਟਮ। ਨਰਵਸ ਸਿਸਟਮ ਕੀ ਹੈ ਕਿ ਪੋਰੀਫੇਰਾ ਜਿਹੜਾ ਸਭ ਤੋਂ ਪਹਿਲਾ ਫਾਈਲਮ ਹੈ ਉਹਦੇ ਅੰਦਰ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਆਉਂਦਾ ਨਿਡੇਰੀਅਨਸ ਜਾਂ ਫਿਰ ਸਿਲੈਂਟ੍ਰੇਟਸ। ਸਿਲੈਂਟ੍ਰੇਟਸ ਦੇ ਅੰਦਰ, ਨਿਡੇਰੀਅਨਸ ਦੇ ਅੰਦਰ ਹੁੰਦੇ ਇੱਕ ਨਰਵ ਨੈਟ। ਠੀਕ ਹੈ, ਉਸ ਤੋਂ ਬਾਅਦ ਹੌਲੀ ਹੌਲੀ ਹੋਰ ਇਵੋਲਵ ਹੋ ਕੇ
एंड कॉर्डेट्स तक मतलब प्रॉपर फंक्शनल नर्वस सिस्टम आ जाता है। ਉਸ ਤੋਂ ਬਾਅਦ ਰੀਪਰੋਡਕਟਿਵ ਸਿਸਟਮ ਵੀ ਆ ਜਾਏਗਾ। ਰੀਪਰੋਡਕਟਿਵ ਸਿਸਟਮ ਦਾ ਕੀ ਹੁੰਦਾ ਕਿ ਜਿਵੇਂ ਹੁਣ ਇੱਕ फीमेल रिप्रोडक्टिव सिस्टम होएगा, एक मेल रिप्रोडक्टिव सिस्टम होएगा। ये ओवस प्रोड्यूस करेंगे, ये स्पर्म्स प्रोड्यूस करेंगे। उस तो बाद या तो ਜਿਹੜਾ ऑर्गेनिज्म है वो डाइशियस हो सकता है या फिर मोनोएशियस। मोनोएशियस ਹੁਣ ਇਹ ਕੁਝ ਕਲਾਸੀਫਿਕੇਸ਼ਨ ਇੰਪੋਰਟੈਂਟ ਹੈ, ਡਾਇशियस मोनोएशियस। ਇੱਕ ਬਾਰ ਇਹ ਡਿਟੇਲਸ ਥੋੜਾ ਦੇਖ ਲੈਂਦੇ ਆ। ਹੁਣ ਅਗਰ ਰੀਪਰੋਡਕਸ਼ਨ ਦੀ ਗੱਲ ਕੀਤੀ ਜਾਵੇ, ਠੀਕ ਹੈ, रिप्रोडक्शन तो अगर सिंगल ऑर्गेनिज्म के अंदर बोथ मेल एंड फीमेल सेक्स ऑर्गन्स प्रेजेंट है तो उन्हें बोलते हैं हर्माफ्रोडाइट। हर्माफ्रोडाइट तो दे ऑपोजिट की होएगा जिदे अंदर सिर्फ सिंगल मतलब या तो मेल है या फिर फीमेल है, ठीक है। उस तो बाद आंदे की चीजें ने सिर्फ दोनों चो एक ही सेक्सुअल ऑर्गन्स प्रेजेंट है। फिर उस तो बाद आएगा डाइशियस ते मोनोएशियस। डाइशियस का मतलब है कि इट फॉर रिप्रोडक्शन या फिर फॉर फर्टिलाइजेशन टू ऑर्गेनिजम्स आर नीडेड, या फिर हाँ मतलब दो इंडिविजुअल्स चाहिए, नॉट ऑर्गेनिजम्स, दो इंडिविजुअल्स चाहिए। इसलिए सिंगल इंडिविजुअल नाल भी हो जाएगा। ਹੁਣ ਇਹਦਾ मतलब ਕੀ ਹੈ? ਇਹਦਾ मतलब ਇਹ ਹੈ कि सपोज मोनोएशियस ਤਾਂ ਇਹ हो गया कि हर्माफ्रोडाइट है, वही ओवा प्रोड्यूस कर रहे, वही स्पर्म प्रोड्यूस कर रहे, दे कैन फर्टिलाइज एंड प्रोड्यूस एन ऑफस्प्रिंग। बट ਹੁਣ डाइशियस ਦਾ ਇਹ मतलब है कि चाहे हर्माफ्रोडाइट भी क्यों ना हो, कि मतलब एग्स ते स्पर्म्स दोनों एक ही ऑर्गेनिज्म प्रोड्यूस कर रहे हैं, बट फर्टिलाइजेशन ਲਈ दो इंडिविजुअल्स रिक्वायर्ड है। एक दा एग आएगा ते दूजे दा स्पर्म आएगा ਜਿਹੜਾ फर्टिलाइज करके जाइगोट बनाएंगे। मतलब क्रॉस होनी चाहिए फर्टिलाइजेशन। फिर उसके बाद यूनिसेक्सुअल बायसेक्सुअल वही है कि मेल ऑर्गेनिक सेक्स ऑर्गन्स प्रेजेंट है या फिर फीमेल सेक्स ऑर्गन्स प्रेजेंट है। यूनिसेक्सुअल बायसेक्सुअल मतलब हर्माफ्रोडाइट वो हो जाएगा। ਹੁਣ ਅੱਗੇ ਆਉਂਦੇ ਕਿ ਇਸ ਤੋਂ ਬਾਅਦ फर्टिलाइजेशन हो गई। ਹੁਣ फर्टिलाइजेशन भी डायरेक्ट या इनडायरेक्ट हो सकती है। डायरेक्ट इनडायरेक्ट ਦਾ मतलब कि या तो ਐਵੇਂ ਕੁਝ ਬੋਲ ਸਕਦੇ ਹੋ ਕਿ डायरेक्ट ਦਾ मतलब कि ऑर्गेनिज्म ਦੇ सॉरी डेवलपमेंट ਲਈ डायरेक्ट इनडायरेक्ट वर्ड्स यूज करांगे, बट उरे एज सच इंटरनल ते एक्सटर्नल वर्ड्स यूज करांगे। इंटरनल का मतलब है कि ऑर्गेनिज्म दे विद इन फर्टिलाइजेशन हो रही है। एक्सटर्नल का मतलब कि कोई एक्सटर्नल एनवायरनमेंट के अंदर जैसे एयर या फिर वाटर या फिर सैंड या कुछ भी हो गया, ਉਹਦੇ ਅੰਦਰ ओवा ते स्पर्म्स रिलीज होके ਉਹ फ्यूज करके जाइगोट बना रहे हैं। ਹੁਣ डेवलपमेंट की गल की जाए तो ਉਹਦੇ अंदर आएगा डायरेक्ट या इनडायरेक्ट डेवलपमेंट। इनडायरेक्ट का मतलब मेटामॉर्फोसिस प्रेजेंट है, एक लार्वल स्टेज प्रेजेंट है। डायरेक्ट का मतलब देयर इज नो मेटामॉर्फोसिस, देयर इज नो लार्वल स्टेज। ये तो कुछ बेसिक्स है सारे ऑर्गन सिस्टम से। अगर कोई डिटेल्स पढ़ना चाहता है तो ਤੁਹਾਨੂੰ ऑनलाइन बहुत सारे चार्ट्स मिल जाएंगे या फिर गूगल पे या फिर किसी होर बुक के अंदर ट्रूमन्स बायोलॉजी वगैरह करके ਉਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਨ ਡਿਟੇਲ ਵੇਰੀਅਸ ਆਰਗਨ ਸਿਸਟਮਸ ਦੇ ਬੇਸਿਸ ਤੇ ਵੀ ਕਿਵੇਂ ਆਰਗੈਨਿਜ਼ਮਸ ਕਲਾਸੀਫਾਈ ਹੁੰਦੇ ਨੇ। ਹੁਣ ਉਸ ਤੋਂ ਬਾਅਦ ਆ ਜਾਂਦੇ ਸਿਮੈਟਰੀ। ਸਿਮੈਟਰੀ ਦੇ ਅੰਦਰ ਕੀ ਹੈ ਕਿ ਕੋਈ ਵੀ ਅਗਰ ਐਨੀਮਲ ਹੈ ਉਹਨੂੰ ਮਤਲਬ ਇੱਕ ਕੋਈ ਪਲੇਨ ਹੈ ਜਿਹੜਾ ਉਹਨੂੰ ਆਈਡੈਂਟੀਕਲ ਹਾਫਸ ਦੇ ਅੰਦਰ ਡਿਵਾਈਡ ਕਰਦਾ, या तो मिरर इमेजेस होन या आइडेंटिकल होन या मतलब कुछ भी आप बोल सकते हैं मैं डिफाइन करने ਲਈ, ਤਾਂ ਉਹਨੂੰ ਬੋਲਦੇ ਨੇ ਸਿਮੈਟਰੀ। ਹੁਣ ਸਪੋਜ਼ ਅਗਰ more than one planes can divide the organism into two identical halves या फिर mirror images, ਤਾਂ ਉਹਨੂੰ ਬੋਲਾਂਗੇ radial symmetry, provided ਜਿਹੜੀ ਉਹ plane ਹੈ ਉਹ body ਦੇ central axis ਦੇ through pass ਹੋ ਰਹੀ ਹੈ ਤਾਂ ਹੋ ਜਾਏਗਾ रेडियल सिमेट्री। बट अगर जिवें हुण उरे
ਇਹ ਐਗਜ਼ਾਮਪਲ ਆਪਾਂ ਦੇਖ ਰਹੇ ਇੱਕ ਮਤਲਬ ਹਾਈਡਰਾ ਨਹੀਂ ਬੋਲਣਾ ਚਾਹੀਦਾ ਹमें ਸਿਲੈਂਡਰੇਟ ਬਣਿਆ ਹੋਇਆ ਤਾਂ ਅਗਰ ਸਿਲੈਂਡਰੇਟ ਜਿਹੜੇ ਹੁੰਦੇ ਨੇ ਉਹ ਰੇਡੀਅਲ ਸਿਮੈਟਰੀ ਐਗਜ਼ਿਬਿਟ ਕਰਦੇ ਨੇ ਮਤਲਬ ਬੋਡੀ ਦੇ ਸੈਂਟਰਲ ਐਕਸਿਸ ਦੇ ਅਲੋਂਗ ਜਾਂ ਲੌਂਗ ਐਕਸਿਸ ਦੇ ਅਲੋਂਗ ਕੋਈ ਵੀ ਇੱਕ ਪਲੇਨ ਪਾਸ ਕਰੀ ਜਾਵੇ ਤਾਂ ਉਹ ਆਰਗੈਨਿਜ਼ਮ ਨੂੰ ਟੂ ਆਈਡੈਂਟੀਕਲ ਹਾਫ ਮਿਰਰ ਇਮੇजेस ਦੇ ਅੰਦਰ ਡਿਵਾਈਡ ਕਰ ਦਿੰਦਾ ਹੁਣ ਸਪੋਜ਼ ਆ ਮਲਟੀਪਲ ਪਲੇਨ ਤੇ ਜਗ੍ਹਾ ਕੋਈ ਇੱਕ ਸਿੰਗਲ ਪਲੇਨ ਹੀ ਹੋਵੇ ਇੱਕ ਸਪੈਸਿਫਿਕ ਪਲੇਨ ਹੋਵੇ ਜਿਹੜੀ ਉਹਨੂੰ ਦੋ ਆਈਡੈਂਟੀਕਲ ਹਾਫਸ ਦੇ ਅੰਦਰ ਡਿਵਾਈਡ ਕਰਦੀ ਹੈ ਤਾਂ ਹੋ ਜਾਏਗੀ ਬਾਇਲੇਟਰਲ ਸਿਮੈਟਰੀ ਹੁਣ ਅਗਰ ਕੋਈ ਵੀ ਇਹ ਜਿਹੀ ਪਲੇਨ ਨਹੀਂ ਹੈ ਜਿਹੜੀ ਆਰਗੈਨਿਜ਼ਮ ਨੂੰ ਦੋ ਆਈਡੈਂਟੀਕਲ ਹਾਫਸ ਦੇ ਅੰਦਰ ਡਿਵਾਈਡ ਕਰਦੀ ਹੈ ਤਾਂ ਉਹਨੂੰ ਬੋਲਾਂਗੇ ਏਸਿਮੈਟ੍ਰੀਕਲ ਹੁਣ ਦੇਖਦੇ ਥਿਊਰੀ ਚ ਲਿਖਿਆ ਐਨੀਮਲ ਕੈਨ ਬੀ ਕੈਟੇਗਰਾਈਜ਼ਡ ਔਨ ਦ ਬੇਸਿਸ ਆਫ देयर ਸਿਮੈਟਰੀ ਜਿਹੜੇ ਸਪੌਂਜਸ ਹੁੰਦੇ ਨੇ ਦੇ ਆਰ ਮੋਸਟਲੀ ਏਸਿਮੈਟ੍ਰੀਕਲ ਸਪੌਂਜਸ ਏਸਿਮੈਟ੍ਰੀਕਲ that is any plane that passes through the center does not divide them into equal halves मतलब कोई भी सेंटर से प्लेन जा रही है तो उन्होंने इक्वल हाफ्स में नहीं डिवाइड कर रही है when any plane passing through the central axis of the body divides the organism into two equal halves it is called radial symmetry ठीक है ਹੁਣ ਇਹਦੀ एग्जांपल्स ਕੀ ਆਣਗੀਆਂ cylindrids ctenophores and echinoderms ਇਹਦੇ ਨੂੰ ਐਗਜ਼ਿਬਿਟ ਕਰਦੇ ਨੇ radial have this kind of body plan when animals like annelids, arthropods, etc., where the body can be divided into identical left and right halves in only one plane. They exhibit bilateral symmetry. ठीक है ਹੁਣ ਇਹਦੇ ਅੰਦਰ ਆਪਾਂ ਕੁਝ ਚੀਜ਼ਾਂ ਐਡ ਆਨ ਕਰਾਂਗੇ ਕਿ ਸਭ ਤੋਂ ਪਹਿਲਾਂ asymmetrical ਕੌਣ ਦਿਖਾਉਂਦਾ asymmetrical ਲਿਖਤਾ sponges ਲਿਖਿਆ ਤਾਂ ਮਤਲਬ ਪੋਰੀਫੇਰਾ ਹੋ ਗਿਆ ਫਾਈਲਮ ਜਿਹੜਾ asymmetrical ਹੁੰਦਾ ਉਸ ਤੋਂ ਇਲਾਵਾ snails मतलब ਜਿਹੜੇ ਗੈਸਟ੍ਰੋਪੋਡਸ ਹੁੰਦੇ ਨੇ ਉਹਨਾਂ ਗੈਸਟ੍ਰੋਪੋਡਸ ਵੀ ਬੋਲਿਆ ਜਾਂਦਾ they are also asymmetrical ਠੀਕ ਹੈ snails ਆਉਂਦੇ ਨੇ annelids ਦੇ ਅੰਦਰ ਹੁਣ ਆ ਗਿਆ radial symmetry ਨੂੰ cylindrids ctenophores echinoderms ਆਉਂਦੇ ਹੀ ਨਹੀਂ ਬਟ echinoderms ਦੀ larval adult stages larvally adult stage adult form ਹੁੰਦੀ ਹੈ ਉਹ radially symmetrical ਹੁੰਦੀ ਹੈ ਤੇ ਉਸ ਤੋਂ ਇਲਾਵਾ ਕੁਝ lower sponges ਉਹ ਵੀ radially symmetrical ਹੁੰਦੇ ਨੇ ਹੁਣ bilateral ਦੇ ਅੰਦਰ ਕਿਹੜੇ ਆ ਜਾਣਗੇ remaining all that is platyhelminths to chordata except ਹੁਣ except ਦੇ ਅੰਦਰ ਕੀ ਆ ਜਾਏਗਾ ਇੱਕ ਤਾਂ snails ਜਾਂ ਫਿਰ gastropod's ਤੇ ਦੂਜਾ ਆਏਗਾ echino ਦਾ larval stage ਨਹੀਂ except ਹੋਲੇ ਤਾਂ adult stage ਮਤਲਬ basically ਜਿਹੜਾ bilateral ਹੈ ਉਹ echino ਦਾ adult stage ਦਿਖਾਉਂਦਾ ਹੈ sorry for confusion larval stage ਮੇਰਾ ਕਹਿਣ ਦਾ ਕੀ ਮਤਲਬ ਹੈ ਜਿਹੜੇ echinoderms ਹੁੰਦੇ ਨੇ ਉਹਨਾਂ ਦੀ larval stages bilaterally symmetrical ਹੈ ਤੇ echinoderms ਦੀ adult stages radially symmetrical ਹੈ ਠੀਕ ਹੈ ਚੱਲਦੇ ਆਪਾਂ ਅੱਗੇ ਆਏਗਾ ਡਿਪਲੋਬਲਾਸਟਿਕ ਐਂਡ ਟ੍ਰਿਪਲੋਬਲਾਸਟਿਕ ਆਰਗੇਨਾਈਜੇਸ਼ਨ ਹੁਣ ਜਿਹੜੇ ਐਨੀਮਲਸ ਜਿਹੜੇ ਜ਼ਾਈਗੋਟ ਤੋਂ ਆਪਣੇ ਲਾਰਵਲ ਸਟੇਜ ਜਾਂ ਫਿਰ ਐਡਲਟ ਸਟੇਜ ਨਾਲ ਜਾ ਰਹੇ ਹੁੰਦੇ ਨੇ ਕੁਝ ਜਰਮ ਲੇਅਰਸ ਪ੍ਰੈਜ਼ੈਂਟ ਹੁੰਦੀਆਂ ਨੇ ਜਿਹੜੇ ਡਿਵਾਈਡ ਕਰਕੇ ਵੇਰੀਅਸ ਆਰਗਨਸ ਬਣਾਉਂਦੇ ਨੇ ਤੇ ਆਰਗਨ ਸਿਸਟਮਸ ਵਗੈਰਾ ਤਾਂ ਜਦੋਂ ਉਹ ਐਮਬ੍ਰੀਓ ਦੀ ਫਾਰਮ ਚ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਦੇ ਕੁਝ ਲੇਅਰਸ ਅੰਦਰ ਡਿਵਾਈਡ ਹੋ ਜਾਂਦੇ ਜਰਮ ਲੇਅਰਸ ਦੇ ਅੰਦਰ ਜਿਹੜਾ ਜ਼ਾਈਗੋਟ ਹੁੰਦਾ ਤਾਂ ਸਭ ਤੋਂ ਜਿਹੜੀ ਅੰਦਰ ਵਾਲੀ ਲੇਅਰ ਹੈ ਉਹਦਾ ਨਾਮ ਹੁੰਦਾ ਐਂਡੋਡਰਮ ਤੇ ਸਭ ਤੋਂ ਬਾਹਰ ਵਾਲੀ ਲੇਅਰ ਦਾ ਨਾਮ ਹੁੰਦਾ ਐਕਟੋਡਰਮ ਹੁਣ ਅਗਰ ਸਿਰਫ ਇਹੀ ਦੋ ਲੇਅਰਸ ਪ੍ਰੈਜ਼ੈਂਟ ਹੋਣ ਐਂਡੋਡਰਮ ਤੇ ਐਕਟੋਡਰਮ ਤੇ ਇਹਨੂੰ ਆਪਾਂ ਬੋਲਾਂਗੇ ਡਿਪਲੋਬਲਾਸਟਿਕ ਆਰਗੇਨਾਈਜੇਸ਼ਨ ਜਾਂ ਫਿਰ ਮਤਲਬ ਦੋ ਹੀ ਲੇਅਰਸ ਪ੍ਰੈਜ਼ੈਂਟ ਹੈ ਤੇ ਉਹਨਾਂ ਦੇ ਵਿੱਚ ਸੈਂਟਰ ਚ ਇੱਕ ਸੀਮੈਂਟਿੰਗ ਜਾਂ ਫਿਰ ਅਨਡਿਫਰੈਂਸ਼ੀਏਟਡ ਲੇਅਰ ਪ੍ਰੈਜ਼ੈਂਟ ਹੁੰਦੀ ਹੈ ਜਿਹਨੂੰ ਬੋਲਦੇ ਮਿਜ਼ੋਗਲੀਆ ਇਹ ਦੋ ਡਰਮਲੈਸ ਡਿਫਰੈਂਸ਼ੀਏਟਡ ਹੁੰਦੀਆਂ ਨੇ
ਐਕਟੋਡਰਮ ਤੇ ਐਂਡੋਡਰਮ ਦੇ ਅੰਦਰ ਤੇ ਜਿਹੜਾ ਮੇਸੋਗਲਿਆ ਹੁੰਦਾ ਉਹ ਹੁੰਦਾ ਅਨਡਿਫਰੈਂਸ਼ੀਏਟਡ। ਠੀਕ ਹੈ, मतलब और अनडिफरेंशिएटेड टू डिफरेंशिएटेड का मतलब ये नहीं है कि डिफरेंशिएटेड सेल्स अब डिवाइड नहीं होंगे, इसका मतलब कि होंगे कि डिफरेंशिएटेड इनटू एक्टोडर्म ते एंडोडर्म। ये होंगे सारे ऑर्गेनिज्म डिप्लोब्लास्ट। डिप्लोब्लास्ट से एग्जांपल की आएंगे जिनमें की हो गए सिलेंट्रेट्स ते पॉरीफेरा भी इसी के अंदर आएगा। Animals in which cells are arranged in two embryonic layers, an external ectoderm and internal endoderm, are called diploblastic. Diploblastic animal के अंदर आ गया सिलेंट्रेट्स। फिर उसके बाद इन्होंने अंदर की होंगे अनडिफरेंशिएटेड लेयर मेसोग्लिया इज प्रेजेंट बिटवीन एक्टोडर्म एंड एंडोडर्म। ठीक है, ਹੁਣ ਅਗਰ ਤਿੰਨ ਲੇਅਰਸ ਹੋਣ ਤਾਂ ਮਿਡਲ ਲੇਅਰ ਦਾ ਨਾਮ ਹੁੰਦਾ ਮੇਸੋਡਰਮ ਤੇ ਤਿੰਨ ਲੇਅਰਸ ਹੋਣ ਤਾਂ ਉਹਨਾਂ ਨੂੰ ਬੋਲਦੇ ਟ੍ਰਿਪਲੋਬਲਾਸਟਿਕ। ਤੇ ਟ੍ਰਿਪਲੋਬਲਾਸਟਿਕਸ ਦੀ ਐਗਜ਼ਾਮਪਲ ਦੇ ਅੰਦਰ ਕੀ ਆਣਗੇ? These animals, platyhelminths to cut. These animals in which the developing embryo has a third germinal layer. तीसरी germinal layer भी है mesoderm in between the ectoderm and the endoderm and are called triploblastic. तो इन्होंने triploblastic बोलेंगे। तो इन्होंने अंदर कौन कौन आएंगे? platyhelminths to chordates। तो आगे आ जाते सीलम्स। सीलम्स की है और बस यही चीज ध्यान देने वाली है कि मेसोडर्म ਦੇ ਅੰਦਰ कंफ्यूज नहीं होना है डायग्राम ਦੀ ਲੇਬਲਿੰਗ ਦੇ ਅੰਦਰ ਜਾਂ ਫਿਰ ਜਦੋਂ ਸਟੇਟਮੈਂਟ ਬੇਸਡ ਕੁਐਸਚਨਸ ਆਉਂਦੇ ਨੇ ਉਹਨਾਂ ਦੇ ਅੰਦਰ। फिर आएगा सब उसके बाद सीलम। सीलम क्या होता है कि प्रेजेंस और एब्सेंस ऑफ द कैविटी इन द बिटवीन द बॉडी वॉल एंड द गट वॉल इज वेरी इंपॉर्टेंट क्लासिफिकेशन। मतलब ਇਹਦਾ ਕੀ ਹੋਇਆ ਕਿ ਸੀਲਮ ਕੀ ਹੈ? कैविटी बिटवीन द बॉडी वॉल एंड द गट वॉल, ਉਹਨੂੰ ਸੀਲਮ ਬੋਲਦੇ ਆ। ਤੇ ਇੱਕ ਬਹੁਤ ਇੰਪॉर्टेंट क्लासिफिकेशन ਜਾਂ ਫਿਰ क्राइटेरिया है। ਹੁਣ ਅਗਰ ਜਿਹੜੀ बॉडी कैविटी which is lined by mesoderm is called coelom। The body cavity which is lined by mesoderm is called coelom। तो उन्होंने ध्यान देने के वर्ड mesoderm लिखा गया ਤੇ lined by mesoderm। ठीक है, एनिमल्स जिन्हां दे अंदर एवें सीलम ਹੁੰਦੇ ਤਾਂ ਉਹਨਾਂ ਨੂੰ ਬੋਲਾਂਗੇ ਸੀਲੋਮੇਟਸ। ਸੀਲੋਮੇਟਸ ਕਿਹੜੇ ਹੁੰਦੇ ਨੇ? annelids to chordates। ਤੇ ਉਸ ਤੋਂ ਬਾਅਦ ਆਇਆ ਕਿ some body cavity is not lined by mesoderm. Instead, the mesoderm is present as scattered pouches in between the ectoderm and the endoderm। ठीक है, such body cavity called pseudocoelom। इन्होंने की बोलते हैं pseudocoelom। And this animals possessing them are called and the animals pseudocoelomates। ठीक है, ਹੁਣ ਇਹਦੇ ਅੰਦਰ एग्जांपल क्या आ जाएगी? एस्केhelminths। The animal in which the body cavity is absent are called acoelomates। बॉडी कैविटी एब्सेंट तो क्या बोल देंगे? एसिलोमेट्स। ਉਹਦੇ ਅੰਦਰ ਆਣਗੇ platyhelminths। platyhelminths ਤੋਂ ਪਹਿਲਾਂ ਤਾਂ mesoderm present ਹੀ ਨਹੀਂ ਹੁੰਦੀ ਤਾਂ ਐਸੇ ਆਪਾਂ ਸੀਲਮ ਦੀ ਗੱਲ ਵੀ ਨਹੀਂ ਕਰਾਂਗੇ। ठीक है, ਹੁਣ ਆਪਾਂ ਨਾਲ ਹੁਣ ਡਾਇਗਰਾਮ ਦੇਖ ਲੈਂਦੇ ਹਾਂ ਥੋੜਾ ਜਿਹਾ ਕਿ ਡਾਇਗਰਾਮ ਦੇ ਅੰਦਰ ਕੀ ਦਿੱਤਾ। ਸਭ ਤੋਂ ਪਹਿਲਾਂ ਹੈ ਕਿ ਇਹ ਹੈ एक्टोडर्म, ਇਹ ਅੰਦਰ ਹੈ एंडोडर्म। ਹੁਣ ਜਿਹੜਾ रेड कलर दिख रहा है वो है मेसोडर्म। एक्टोडर्म, एंडोडर्म, मेसोडर्म। उधर एक स्पेस दिख रही है तो मतलब ये है बॉडी कैविटी। गट वॉल ਤੇ ਬॉडी वॉल ਦੇ ਵਿੱਚ ਇੱਕ ਸਪੇਸ ਹੈ ਜਿਹਨੂੰ ਬੋਲਾਂਗੇ कैविटी। ਤੇ ਹੁਣ कैविटी ਦੇਖਿਆ ਜਾਏ ਤਾਂ मेसोडर्म ਨਾਲ ਲਾਈਨਡ ਵੀ ਹੈ तो मतलब ਉਹਦੇ कैविटी ਦਾ ਨਾਮ ਕੀ ਹੋਏਗਾ? सीलम। तो when since it is lined by mesoderm, it is true coelom या फिर coelom, उन्हें coelomates बोलेंगे। ਹੁਣ ਕਿਉਂਕਿ ਇਹ ਦੂਜੀ ਡਾਇਗਰਾਮ ਦੇਖੀ एक्टोडर्म एंडोडर्म। ਹੁਣ ਜਿਹੜਾ मेसोडर्म है, मेसोडर्म में वो एक पाउचेस ਦੇ ਫਾਰਮ ਵਿੱਚ प्रेजेंट है। ठीक है, मैं लाइन नहीं कर रही बट स्कैटर्ड पाउचेस ਦੇ फॉर्म ਤੇ प्रेजेंट है।
ਤਾਂ ਉਹ ਹੋ ਜਾਏਗਾ ਸੂਡੋਸੀਲੋਮੇਟ। ਉਸ ਤੋਂ ਬਾਅਦ ਆਉਂਦਾ ਹੈ ectoderm, mesoderm, endoderm. No worries. Sorry. ectoderm, endoderm ਤੇ mesoderm। ਤਾਂ ਇਹਦਾ ਕੀ ਮਤਲਬ ਹੋ ਗਿਆ ਕਿ ਤਿੰਨੋਂ ਨੂੰ ਬੋਡੀ ਕੈਵਿਟੀ, ਤਿੰਨੋਂ ਲੇਅਰਸ ਪ੍ਰੈਜ਼ੈਂਟ ਹੈ ਬਟ ਕੋਈ ਬੋਡੀ ਕੈਵਿਟੀ ਨਹੀਂ ਹੈ। ਆਹ ਗਟ ਐਂਡੋਡਰਮ ਲਾਈਨਿੰਗ ਦੀ ਗਟ ਵਾਲ ਜਾਂ ਫਿਰ ਜਿਹੜੀ ਅੰਦਰ ਮੇਨ ਕੈਵਿਟੀ ਹੈ ਫॉर डाइजेशन ਤੇ ਬਾਹਰ ਬੋਡੀ ਵਾਲ ਹੈ ਬਟ ਕੋਈ ਕੈਵਿਟੀ ਵਿੱਚ ਨਹੀਂ ਪ੍ਰੈਜ਼ੈਂਟ, ਤਾਂ ਉਹਨਾਂ ਨੂੰ ਬੋਲਾਂਗੇ ਏਸੀਲੋਮੇਟਸ। ਹੁਣ ਉਸ ਤੋਂ ਬਾਅਦ ਆ ਜਾਂਦਾ ਇੱਕ ਹੋਰ ਕਲਾਸੀਫਿਕੇਸ਼ਨ ਹੈ ਕਿ ਸੀਲੋਮੇਟਸ ਨੂੰ ਅੱਗੇ ਹੋਰ ਡਿਵਾਈਡ ਕਰਦੇ ਨੇ ਸ਼ਾਇਜ਼ੋਸੀਲਮ ਤੇ ਐਂਟੇਰੋਸੀਲਮ ਦੇ ਅੰਦਰ। ਇਹ ਮੈਂ ਇਸ ਲਈ ਦੱਸ ਰਹੀ ਕਿਉਂਕਿ ਇੱਕ ਵਾਰ ਐਨਟੀਏ ਦੇ ਮੌਕ ਟੈਸਟ ਦੇ ਅੰਦਰ ਆਇਆ ਸੀ ਬਟ ਐਸ ਸਚ ਇੰਪੋਰਟੈਂਟ ਨਹੀਂ ਹੈ ਬਟ ਸਟਿਲ ਕਿ ਬਾਈ ਚਾਂਸ ਅਗਰ ਕਦੇ। ਤਾਂ ਹੁਣ ਕੀ ਹੈ ਕਿ ਸ਼ਾਇਜ਼ੋਸੀਲਮ ਤੇ ਐਂਟੇਰੋਸੀਲਮ, these are two types of coelomates। ठीक है, शाइजोसीलोमेट्स ਤੇ एंटेरोसीलोमेट्स। ਇਹਦਾ ਮਤਲਬ ਕੀ ਹੈ? ਹੁਣ ਜਿਹੜਾ ਸ਼ਾਇਜ਼ੋਸੀਲੋਮੇਟ ਹੈ ਉਹ ਬਣਦਾ produced by splitting of the mesoderm, formed by splitting of the mesoderm। ਤੇ एंटेरोसीलम ਦਾ ਕੀ ਮਤਲਬ ਹੈ? formed by outpouching of embryonic gut, formed by outpouching of embryonic gut। ठीक है, ਹੁਣ ਇਹ ਸ਼ਾਇਜ਼ੋਸੀਲਮ ਤੇ एंटेरोसीलम ਦੇ ਬੇਸਿਸ ਤੇ ਅੱਗੇ ਆ ਜਾਏਗਾ ਡਿਊਟਰੋਸਟੋਮੇਟਸ ਤੇ प्रोटोस्टोमेट्स। प्रोटोस्टोमेट्स ਤੇ ਡਿਊਟਰੋਸਟੋਮੇਟਸ। ਹੁਣ ਜਿਹੜਾ ਪ੍ਰੋਟੋਸਟੋਮੇਟਸ ਹੈ ਉਹਦੇ ਅੰਦਰ ਕੀ ਕੀ ਆਉਂਦੇ ਨੇ? ਉਹਦੇ ਅੰਦਰ ਸ਼ਾਇਜ਼ੋਸੀਲੋਮੇਟਸ, ਉਸ ਤੋਂ ਬਾਅਦ ਸਪਾਇਰਲ ਕਲੀਵੇਜ ਆਉਂਦਾ ਤੇ ਉਸ ਤੋਂ ਬਾਅਦ ਜਿਹੜਾ ਬਲਾਸਟੋਫੋਰ ਹੈ ਉਹ ਕੀ ਬਣਾਉਂਦਾ ਹੈ? ਮਾਊਥ। ਹੁਣ ਲਾਸਟੋਫੋਰ ਕੀ ਹੁੰਦਾ ਹੈ? ਪੋਰ ਆਫ ਗੈਸਟਰੂਲਾ ਨੂੰ ਬੋਲਦੇ ਆ। ਗੈਸਟਰੂਲਾ ਕੀ ਹੈ? ਗੈਸਟਰੂਲਾ ਹੁੰਦਾ ਜਿਵੇਂ ਐਮਬ੍ਰਿਓ ਦੇ ਅੰਦਰ ਮਲਟੀਪਲ ਡਿਵੀਜ਼ਨਸ ਹੁੰਦੇ ਗਿਆ ਤੇ ਇੱਕ ਬॉल ਲਾਈਕ ਸਟਰਕਚਰ ਬਣਦੇ, ਉਹਨੂੰ ਬੋਲਾਂਗੇ ਗੈਸਟਰੂਲਾ ਤੇ ਉਹਦੀ ਓਪਨਿੰਗ ਨੂੰ ਬੋਲਾਂਗੇ ਬਲਾਸਟੋਪੋਰ। ਤੇ ਉਹ ਜਿਹੜਾ ਬਲਾਸਟੋਪੋਰ ਹੈ ਮਾਊਥ ਬਣੇਗਾ, ਇਨਸ ਬਣੇਗਾ ਜਾਂ ਫਿਰ मतलब इनडिटर्मिनेंट है। ਉਹਦੇ ਬੇਸਿਸ ਉਹ ਵੀ ਇੱਕ ਡਿਫਰੈਂਸ਼ੀਏਟਿੰਗ ਫੈਕਟਰ ਹੈ ਪ੍ਰੋਟੋਸਟੋਮੇਟਸ ਤੇ ਡਿਊਟਰੋਸਟੋਮੇਟਸ ਦੀ। ਡਿਊਟਰੋਸਟੋਮੇਟਸ ਕੀ ਹੁੰਦੇ ਕਿ ਇਹਨਾਂ ਲਈ ਇਨਡਿਸਕ੍ਰਿਮੀਨੇਟ ਹੁੰਦੇ ਨੇ, ਡਿਟਰਮੀਨੇਟ, ਸੌਰੀ ਡਿਸਕ੍ਰਿਮੀਨੇਟ ਨਹੀਂ, ਇਨਡਿਟਰਮੀਨੇਟ ਹੁੰਦਾ ਕਿ ਪਤਾ ਨਹੀਂ ਕੀ ਬਣੇਗਾ। ਤੇ ਉਸ ਤੋਂ ਬਾਅਦ ਐਂਟੇਰੋਸੀਲਮ ਹੁੰਦਾ ਇਹਨਾਂ ਦੇ ਅੰਦਰ, ਐਂਟੇਰੋਸੀਲਮ ਤੇ ਉਸ ਤੋਂ ਇਲਾਵਾ ਕੀ ਹੋਏਗਾ? ਰੇਡੀਅਲ ਕਲੀਵੇਜ। ਤੇ ਇਸ ਤੋਂ ਆਪੋਜ਼ਿਟ ਟੋਟਲ ਹੋ ਜਾਏਗਾ ਪ੍ਰੋਟੋਸਟੋਮੇਟਸ ਦੇ ਅੰਦਰ ਕਿ ਬਲਾਸਟੋਪੋਰ ਹੈ ਉਹ ਬਣਾਉਂਦਾ ਮਾਊਥ। ठीक है, तो मतलब डिटर्मिनेंट है। उस तो बाद आएगा शायज़ोसीलम ते उस तो बाद आएगा रेडियल है तो स्पाइरल क्लीवेज। बट एसिड अपने लोड नहीं है, छोड़ दो। ਹੁਣ ਉਸ ਤੋਂ ਬਾਅਦ ਆ ਜਾਏਗਾ ਅੱਗੇ ਆਪਾਂ ਚੱਲਦੇ ਹਾਂ नेक्स्ट आ जाएगा सेगमेंटेशन। सेगमेंटेशन की है, सेगमेंटेशन के अंदर अपने काफी ऑर्गेनिजम्स के अंदर देखा होगा कि हमें रिपीटिंग बॉडी यूनिट्स होंगे ने जिन्हां विच डिवीजन भी होंदी है, जिवें सपोज अर्थवॉर्म या फिर स्नेल्स, उन्हां सब दे अंदर आप देखते हैं। तो हुण जिहड़े एनिमल्स है जिन्हां दे अंदर कहते कि बॉडी इज एक्सटर्नली एंड इंटरनली डिवाइडेड इनटू सेगमेंट्स, the serial repetition of at least some organs। कि ਇਹਦਾ ਕੀ ਮਤਲਬ ਹੋਇਆ ਕਿ एटलीस्ट serial repetition of कुछ organs ਦਾ ਹੋਣਾ ਚਾਹੀਦਾ। ਤਾਂ ਉਹਨਾਂ ਦੇ ਅੰਦਰ ਜਿਹੜਾ ਅਰਥਵਰਮ ਹੈ
ਉਹ ਬੋਡੀ ਨੂੰ ਕੀ ਕਰੇਗਾ ਕਿ ਇੱਕ ਪੈਟਰਨ ਦਿਖਾਉਂਦੇ, ਜਿਹਨੂੰ ਬੋਲਦੇ ਮੈਰਿਸਟਮੈਟਿਕ ਸੈਗਮੈਂਟੇਸ਼ਨ। ਤਾਂ ਫਿਨੋਮੀਨਨ ਨੂੰ ਕੀ ਬੋਲਾਂਗੇ? ਮੈਟਾਮੈਰਿਜ਼ਮ। ਮੈਰਿਸਟਮੈਟਿਕ ਨੂੰ ਮੈਟਾਮੈਰਿਕ ਸੈਗਮੈਂਟੇਸ਼ਨ, ਮੈਟਾਮੈਰਿਕ ਸੈਗਮੈਂਟੇਸ਼ਨ ਤੇ ਮੈਟਾਮੈਰਿਜ਼ਮ ਤੇ ਮੋਸਟਲੀ ਕੌਣ ਦਿਖਾਉਂਦੇ ਨੇ? ਐਨਾਲਿਟਸ। ਠੀਕ ਹੈ, ਹੁਣ ਅੱਗੇ ਆਏਗਾ ਨੋਟੋਕॉर्ड। ਨੋਟੋਕॉर्ड ਦੀ ਡੈਫੀਨੇਸ਼ਨ ਇੰਪੋਰਟੈਂਟ ਹੈ ਕਿ ਨੋਟੋਕॉर्ड ਦਾ ਕੀ ਮਤਲਬ ਹੈ। ਨੋਟੋਕॉर्ड ਦੀ ਡੈਫੀਨੇਸ਼ਨ ਇੱਕ ਵਾਰ ਧਿਆਨ ਨਾਲ ਸੁਣਨਾ ਤੇ ਫਿਰ ਉਹਨੂੰ ਐਕਸਪਲੇਨ ਕਰਦੀ ਹਾਂ। Notochord is mesodermally derived rod-like structure formed on the dorsal side during embryonic development in some animals. ਕੀ ਹੈ? एकदम mesodermally derived है, mesodermal in origin है। मतलब कि यह नोटोकॉर्ड सिर्फ ਤੇ ਸਿਰਫ ट्रिप्लोब्लास्टिक ਦੇ ਅੰਦਰ ਮਿਲੇਗਾ। मेसोडर्म ਦੇ ट्रिप्लोब्लास्टिक्स ਦੇ ਅੰਦਰ प्रेजेंट ही नहीं है, तो सिर्फ ट्रिप्लोब्लास्टिक्स ਦੇ ਅੰਦਰ ਮਿਲੇਗਾ। ਉਸ ਤੋਂ ਬਾਅਦ ਰॉड ਲਾਈਕ ਸਟਰਕਚਰ ਹੈ ਇੱਕ, ਕਿੱਥੇ ਬਣਦਾ? ਡੋਰਸਲ ਸਾਈਡ ਤੇ। ਕਦੋਂ ਬਣਦਾ? ਐਮਬ੍ਰੀਓਨਿਕ ਡਿਵੈਲਪਮੈਂਟ ਦੇ ਟਾਈਮ ਤੇ ਕੁਝ ਐਨੀਮਲਸ ਦੇ ਅੰਦਰ। ਹੁਣ ਐਨੀਮਲਸ ਵਿਦ ਨੋਟੋਕॉर्ड ਆਰ ਕਾਲਡ chordates। ਐਨੀਮਲਸ ਵਿਦ notochord are called chordates. And those animals which do not form the structure are called non-chordates. ये हो गया Porifera to Gymnodonta, इनके अंदर नोटोकॉर्ड नहीं प्रेजेंट होंगे। ਹੁਣ ਇਸ ਤੋਂ ਬਾਅਦ ਅੱਗੇ ਆ ਜਾਏਗਾ classification। Broad classification based on the common fundamental features as mentioned in the preceding section is given in the figure 4.4। ਹੁਣ ਆਪਣੇ ਅੱਗੇ ਹੁਣ ਤੱਕ ਜਿੰਨੀਆਂ ਵੀ ਫੰਡਾਮੈਂਟਲ ਫੀਚਰਸ ਦੇ ਬਾਰੇ ਡਿਸਕਸ ਕੀਤਾ, ਮਤਲਬ ਲੈਵਲ ਆਫ ਆਰਗੇਨਾਈਜੇਸ਼ਨ, ਫਿਰ ਉਸ ਤੋਂ ਬਾਅਦ ਸਿਮੈਟਰੀ ਹੋ ਗਿਆ, ਫਿਰ ਡਿਪਲੋਪਲਾਸਟਿਕ ਆਰਗੇਨਾਈਜੇਸ਼ਨ ਹੋ ਗਿਆ, ਸੀਲਮ ਹੋ ਗਿਆ, ਫਿਰ ਸੈਗਮੈਂਟੇਸ਼ਨ ਹੋ ਗਿਆ, ਫਿਰ ਨੋਟੋਕॉर्ड ਹੋ ਗਿਆ। ਇਹਨਾਂ ਸਭ ਦੇ ਬੇਸਿਸ ਤੇ ਆਪਾਂ ਐਨੀਮਲਸ ਨੂੰ ਕੁਝ ग्रुप्स या फिर फाइलम्स के अंदर क्लासिफाई कर सकते हो। तो वो किਵੇਂ ਨੇ? ਸਭ ਤੋਂ ਪਹਿਲੇ ਆਂਦਾ ਐਨੀਮੀਲੀਆ ਵਿਚ ਇਜ਼ ਮਲਟੀਸੈਲੂਲਰ। ਮੈਨੂੰ ਅੱਗੇ ਡਿਵਾਈਡ ਕੀਤਾ ਲੈਵਲ ਆਫ ਆਰਗੇਨਾਈਜੇਸ਼ਨ ਦੇ ਬੇਸਿਸ ਤੇ, ਜਾਂ ਤਾਂ ਸੈਲੂਲਰ ਹੋਏਗਾ, ਫਿਰ ਟਿਸ਼ੂ ਆਰਗਨ ਜਾਂ ਫਿਰ ਆਰਗਨ ਸਿਸਟਮ। ਹੁਣ ਅੱਗੇ ਸੈਲੂਲਰ ਦੇ ਅੰਦਰ ਕੀ ਹੁੰਦਾ ਕਿ ਮੋਸਟਲੀ ਏਸਿਮੈਟ੍ਰਿਕਲ ਹੈ। ਏਸਿਮੈਟ੍ਰਿਕਲ ਕੀ ਹੁੰਦਾ ਕਿ ਉਹ ਮੋਸਟਲੀ एसिलमेंट्स तो मतलब पॉरीफेरा। एसिलमेंट्स तो वैसे नीडेरियंस और टीनोफोर्स भी है, बट मोस्टली एसिमेट्रिकल ते सेलुलर लेवल है। उसके बाद टिश्यू ऑर्गन या फिर ऑर्गन सिस्टम, वो आगे है रेडियल सिमेट्री या फिर बायलेटरल सिमेट्री। ते फर्स्ट वन एसिलमेंट्स आ जाएगा टीनोफोरा। अगर बायलेटरल सिमेट्री है तो बायलेटरल सिमेट्री इज प्रेजेंट एंड प्लैटीहेलियंस ऑनवर्ड्स। ठीक है, ਐਵੇਂ ਯਾਦ ਰੱਖ ਲਓ ਕਿ ਕਿਹੜੀ ਚੀਜ਼ ਕਿਹੜੇ ਫਾਈਲਮ ਤੋਂ ਸ਼ੁਰੂ ਹੁੰਦੀ ਹੈ, ਕਿਸ ਤੋਂ ਕਿੱਥੇ ਤੱਕ ਹੈਗੀ ਹੈ। ਠੀਕ ਹੈ, ਫਿਰ ਬਾਇਲੇਟਰਲ ਸਿਮੈਟਰੀ ਪਤਾ ਚੱਲ ਗਿਆ। ਬਾਇਲੇਟਰਲ ਸਿਮੈਟਰੀ ਤੋਂ ਬਾਅਦ ਕੁਝ ਹੋਰ ਪੁਆਇੰਟਸ ਆ ਜਾਂਦੇ ਨੇ ਅੱਗੇ ਕਿ विदाउट बॉडी कैविटी है या फॉल्स सीलम है या फिर ट्रू सीलम है। विदाउट मतलब एसीलम, फॉल्स मतलब सूडो, विद ट्रू सीलम मतलब सीलोमिट्स। विदाउट जिन्हें प्लैटीहेलियंस, फॉल्स ने रास्टीहेलियंस से ट्रू के अंदर आ जाएगा सैनलेडा, आर्चोपोडा, मोलस्का, एकाइनोडर्मेटा, हेडिकॉर्डेटा, कॉर्डेटा। जो एकाइनोडर्मेटा है ना, ਉਹ ਉਹਦੀ ਜਿਹੜੀ ਸਿਮੈਟਰੀ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਜਿਹੜੀ ਰੇਡੀਅਲ ਹੈ ਜਾਂ ਫਿਰ ਬਾਇਲੇਟਰਲ, ਰੇਡੀਅਲ ਹੁੰਦੀ ਹੈ ਅਡਲਟ ਦੇ ਅੰਦਰ ਤੇ ਬਾਇਲੇਟਰਲ ਹੁੰਦੀ ਹੈ ਲਾਰਵਲ ਸਟੇਜ ਜਾਂ ਯੰਗ ਸਟੇਜ ਤੇ। ਹੁਣ ਇਹ ਹੋਗੀ ਕਲਾਸੀਫਿਕੇਸ਼ਨ। ਹੁਣ ਆਪਾਂ ਆ ਜਾਂਦੇ ਹਾਂ ਕੁਝ ਫਾਈਲਮਸ ਦੇ ਉੱਤੇ ਕਿ ਹੁਣ ਇੰਡੀਵਿਜੂਅਲ ਫਾਈਲਮਸ ਦੇ ਬਾਰੇ ਡਿਸਕਸ ਕਰਾਂਗੇ ਕਿ ਦੇਖਾਂਗੇ ਕਿ ਉਹਨਾਂ ਦੇ ਫੀਚਰਸ ਕੀ ਕੀ ਨੇ ਕਿ ਆਰਗੈਨਿਜ਼ਮਸ ਕਿਹੜੇ ਕਿਹੜੇ ਆਉਂਦੇ ਨੇ ਉਹਦੇ ਅੰਦਰ। ਤਾਂ ਸਭ ਤੋਂ ਪਹਿਲਾ ਫਾਈਲਮ ਆਏਗਾ ਪੋਰੀਫੇਰਾ। ਹੁਣ ਪੋਰੀਫेरा ਦੇ ਜਿਹੜੇ ऑर्गेनिजम्स है या फिर मेंबर्स है उन्हें कॉमनली स्पॉन्जेस बोलिया जाता है एंड दे आर जनरली मराइन, मोस्टली एसिमेट्रिकल।
ਇਹਨਾਂ ਦੇ ਕੁਝ ਸਾਈਟ ਤੇ ਡਾਇਗਰਾਮਸ ਦਿੱਤੇ ਗਏ ਹਨ ਜਿਹਦੇ ਅੰਦਰ ਐਗਜ਼ਾਮਪਲਸ ਹੈ, ਜਿਵੇਂ ਕਿ ਫਰਸਟ ਐਗਜ਼ਾਮਪਲ ਦੇ ਅੰਦਰ ਇਹ ਪਾਰਟ ਦੇ ਅੰਦਰ ਦਿੱਤਾ ਸਾਈਕਲ, ਫਿਰ ਹੈ ਯੂਜ਼ ਸਪੌਂਜੀਆ ਤੇ ਸਪੌਂਜੀਲਾ, ਇਹ ਆਪਾਂ ਕਵਰ ਕਰਾਂਗੇ। ਹੁਣ ਸਭ ਤੋਂ ਪਹਿਲਾਂ ਹੈ ਕਿ ਇਹਨਾਂ ਨੂੰ ਕਾਮਨਲੀ ਸਪੌਂजेस ਬੋਲਦੇ ਆ, ਫਿਰ ਬਾਅਦ ਵਿੱਚ ਜਨਰਲੀ ਮਰੀਨ ਹੁੰਦੀਆਂ ਨੇ। ਮਤਲਬ ਪੁੱਛਿਆ ਗਿਆ, ਜਿਵੇਂ ਸਪੋਜ਼ ਪੁੱਛਿਆ ਗਿਆ ਫਰੈਸ਼ ਵਾਟਰ ਦੇ ਅੰਦਰ ਮਿਲਦੇ ਨੇ ਜਾਂ ਮਰੀਨ ਹੁੰਦੀਆਂ ਨੇ, ਤਾਂ ਉਹਦੇ ਲਈ ਹमें कुछ वर्ड चेंज कर सकते हैं कि जनरली तो मरीन है तो मोस्टली एसिमेट्रिकल है। ये दोनों चीजें याद रखना इम्पोर्टेंट है, क्योंकि नहीं लिखा कंप्लीटली मरीन है या फिर सिर्फ ही सी वाटर के अंदर मिलदियां ने, फ्रेश वाटर के अंदर भी मिल सकते हैं। ਹੁਣ ਹੁੰਦਾ ਕਿ ਨਾ ਕੁਝ ਇਹ ਹੈ ਪ੍ਰਿਮਿਟਿਵ ਮਲਟੀਸੈਲੂਲਰ एनिमल्स, सेलुलर लेवल ऑफ ऑर्गेनाइजेशन है, ठीक है। ਹੁਣ ਕੀ ਹੁੰਦਾ ਕਿ ਜਿਹੜਾ ਸਪੌਂजेस ਹੈ ਉਹ ਹੁੰਦਾ ਹੈ ਵਾਟਰ ट्रांसपोर्टर कैनाल सिस्टम। तो अगर वाटर एंटर करते थ्रू माइन्यूट पोर्स, ऑस्टिया, दिस इज अ न्यू वर्ड, माइन्यूट पोर्स ऑस्टिया in the body wall into the central cavity spongeously, बॉडी वॉल ਤੇ एंटर करेगा स्पॉन्जेस सील दे थ्रू। फिर उसके बाद अंडे कि where does it go through the osculum, the pathway of water is helpful in food gathering, फिर उसके बाद respiration, exchange, the removal of waste, रिफ्रैक्शन के अंदर भी हेल्प करते हैं। फिर उसके बाद आ जाते हैं सेल्स, ठीक है। सेल्स अंदर सबसे पहला आ जाएगा क्वेनोसाइट्स और कॉलर सेल्स। फिर जो क्वेनोसाइट्स और कॉलर सेल्स होंगे वो की करते हैं स्पॉन्जेस सील में लाइन करते हैं, स्पॉन्जेस सील ਤੇ ਐਂਡ ਕੈਨਾਲਸ ਤੇ ਉਹਨਾਂ ਨੂੰ ਲਾਈਨ ਕਰਨਗੇ, ਠੀਕ ਹੈ। ਡਾਈਜੈਸ਼ਨ ਇਜ਼ ਇੰਟਰਾਸੈਲੂਲਰ। ਡਾਈਜੈਸ਼ਨ ਇਜ਼ ਇੰਟਰਾਸੈਲੂਲਰ ਦਾ ਮਤਲਬ ਕੀ ਹੋਇਆ ਕਿ ਜਿਹੜੇ ਜੂਸਿਸ ਹੈ ਜਾਂ ਫਿਰ ਜਿਹੜਾ ਵੀ ਫੂਡ ਹੈ ਉਹ ਸੈੱਲ ਉਹਨੂੰ ਆਪਣੇ ਅੰਦਰ ਲੈ ਕੇ ਫੈਗੋਸਾਈਟੋਸਿਸ ਕਰਕੇ एंजाइम्स प्रोड्यूस करके ਉਹਨੂੰ ਡਾਈਜੈਸਟ ਕਰਦਾ। ਫਿਰ ਹੁਣ ਉਸ ਤੋਂ ਬਾਅਦ ਆ ਜਾਂਦਾ ਕਿ ਸੈਕਸਿਸ ਜਿਹੜੇ ਹੈਗੇ ਉਹ ਸੈਪਰੇਟ ਨਹੀਂ ਹੈ, ਇਹ ਐਨੀਮਲਸ ਹੁੰਦੇ ਨੇ ਹਰਮਾਫਰੋਡਾਈਟ, ठीक है। डाइजेशन इंटरसेलुलर है, बॉडी स्केलेटनल सपोर्ट है जिन्हों स्पिक्यूल्स या स्पॉन्जिन फाइबर्स बोल रहे हैं, तो जो सेक्सेस है सेपरेट नहीं है, हर्माफ्रोडाइट्स के स्पर्म एंड एग्स प्रोड्यूस्ड बाय द सेम इंडिविजुअल। तो रहेगा स्पॉन्जेस रिप्रोड्यूस एसेक्सुअली बाय, स्पॉन्जेस है और रिप्रोड्यूस करते हैं एसेक्सुअली बाय फ्रैगमेंटेशन and sexually by formation of gametes। दारंदा आगे की जो fertilization है वो internal है, and this development is in indirect having a larval stage which is morphologically distinct from the adult। जिसमें एक larval stage है morphologically distinct from the adults। तो ये तो हो गए कुछ बेसिक पॉइंट्स। लेकिन एग्जांपल के अंदर क्या आएगा, साइकिल, स्पॉन्जिया व्हिच इज फ्रेश वाटर स्पॉन्ज, यू स्पॉन्जिया जिन्हें बाथ स्पॉन्ज बोलेंगे। ਹੁਣ ਉਰੇ ਸਭ ਤੋਂ ਮੇਰਾ ਮਿਲ ਜਾਏਗਾ, पूछेंगे फ्रेश वाटर स्पॉन्ज की है तो बोलना स्पॉन्जिला, कि मेराइन ਹੁੰਦੇ ਨੇ ਨਹੀਂ, फ्रेश वाटर भी प्रेजेंट ਹੁੰਦੇ ਨੇ, ਉਹਦੀ एग्जांपल है स्पॉन्जिला। उसके बाद आ जाने में कुछ एक्स्ट्रा पॉइंट्स जेडे मैं ऐड ऑन करना चाहूंगी। पहले सबसे पहले कुछ एग्जांपल्स, इंपॉर्टेंट एग्जांपल्स ऐड ऑन करते हैं, कुछ ही है, ज्यादा नहीं है। तो सबसे पहले आ जाते कुछ की जगह टॉलेस्ट स्पॉन्ज वगैरह भी पूछते हैं कि है लार्जेस्ट स्पॉन्ज भी, बट मैं सिर्फ इम्पोर्टेंट वाले हैं। जिन्हें एक आ गया टॉलेस्ट स्पॉन्ज, सॉरी, और टॉलेस्ट स्पॉन्ज इधर अंदर आ जाएगा टेरियन या फिर नेपच्यून्स गॉबलेट। इसके बाद आ जाता है यूप्लेक्टला,
ਯੂਪਲੈਕਟਲਾ ਯੂਪਲੈਕਟਲਾ ਨੂੰ ਵੀਨਸ ਫਲਾवर ਬਾਸਕਟ ਵੀ ਬੋਲਦੇ ਨੇ। ठीक है, ये तो हो गए एग्जाम्पल्स। ਹੁਣ आंदे कुछ होर एक्स्ट्रा पॉइंट्स। एक तो सब तो पहला ये है कि ਜਿਹੜਾ ਪੋਰੀਫेरा है ना, एक ओनली फाइलम है ਜਿਹਦੇ अंदर नर्व नेट नहीं है या फिर न्यूरॉन्स वगैरह कुछ प्रेजेंट नहीं है। ओनली फाइलम with no nerve net। ठीक है, ਹੁਣ ਆ ਜਾਂਦੇ ਕਿ ਇਹਦੀ ਬੋਡੀ ਕੈਵਿਟੀ ਬਾਰੇ। ਬੋਡੀ ਕੈਵਿਟੀ ਨੂੰ ਸਪੌਂਜੀਓਸੀਲ ਬੋਲਦੇ ਨੇ ਤੇ ਇਹਦੇ ਨਾਲ ਮੇਜ਼ਨਕਾਈਮ ਵੀ ਹੁੰਦਾ ਜਿਹੜਾ ਹੁੰਦਾ ਮਿਡਲ ਸੀਮੈਂਟਿੰਗ ਲੇਅਰ ਹੁੰਦਾ। ਹੁਣ ਉਰੇ ਲਿਖਿਆ पढ़ा से अपन नीचे की लार्वल स्टेजेस से थ्रू पास करते हैं। तो कुछ ऑर्गेनिज्म के में लार्वल स्टेज थोड़ा देख लेंगे अपन मेरा नाम की है। तो आएगा कि सबसे पहला पैरेन्काइमेक्यूला और काइमेक्यूला एक ईदी है ल्यूकोसन वैल्यू। फिर उसके बाद आ जाता है एम्फीब्लास्टुला। एम्फीब्लास्टुला ये होंगे साइकिल। फिर इसके बाद आ जाएगा कुछ और सेल टाइप्स। वो मेरे अंदर कुछ सेल्स होंगे जिन्हें बोलते अमीबियोसाइट्स। कितने टाइप्स हैं? ट्रोफोसाइट, ट्रोफोसाइट, उसके बाद थिसोसाइट, आर्कियोसाइट्स, आर्कियोसाइट्स, फिर आएगा सेलेरोब्लास्ट्स। इन्होंने फंक्शन किया। सबसे पहला हो जाएगा ट्रोफोसाइट, मतलब फंक्शन फाइनल डाइजेशन। फाइनल डाइजेशन तो बाद आएगा थिसोसाइट। थिसोसाइट का मतलब क्या है? वो स्टोर करते फूड मटेरियल। फिर आएगा आगे स्क्लेरोब्लास्ट्स। स्क्लेरोब्लास्ट्स अंदर की है कुछ टोटीपोटेंट तो नहीं बोल सकते ऐसा। स्पॉन्जियोब्लास्ट के कैल्कोप्लास्ट होंगे ने टोटीपोटेंट सेल होंगे ने आर्कियोब्लास्ट्स ये होंगे ने टोटीपोटेंट। ठीक है, इनमें अपना वो बंदा पॉरीफेरा। ਹੁਣ पॉरीफेरा तो अगला किंगडम केड़ा है? सिलेंट्रेट्स। सिलेंट्रेट्स ਨੂੰ ਆਪਾਂ ਨੂੰ निडेरिया भी बोलते हैं। ये होंगे ने, ये भी एक्वेटिक है ते भी मोस्टली मरीन ने। ये ससाइल भी हो सकते हैं, फ्री लिविंग भी हो सकते हैं, फ्री स्विमिंग भी हो सकते हैं ते होंगे ने रेडियली सिमेट्रिकल एनिमल्स। मतलब कोई भी प्लेन है जिहड़ी सेंट्रल एक्सिस ਤੋਂ पास करती है वो इदां ने इक्वल टू हाफ ਦੇ ਅੰਦਰ डिवाइड कर ਦਿੰਦੀ है। ਹੁਣ ਜਿਹੜਾ ਨੇਮ ਨੀਡੇਰੀਅਨਸ ਹੈ ਉਹ ਕਿੱਥੋਂ ਆਇਆ ਹੈ? ਇਹਨਾਂ ਦੇ ਅੰਦਰ ਕੁਝ ਸਪੈਸ਼ਲਾਈਜ਼ਡ ਸੈਲਸ ਹੁੰਦੇ ਨੇ ਜਿਹਨੂੰ ਬੋਲਦੇ ਨੇ ਨੀਡੋਬਲਾਸਟ ਜਾਂ ਫਿਰ ਨੀਡੋਸਾਈਟਸ। नीडोब्लास्ट या फिर नीडोसाइट। इन्हों का होर भी एक नाम है, मतलब 2-3 नाम है इनफैक्ट। इन्हों बोलते हैं स्टिंगिंग सेल्स या फिर निमेटोब्लास्ट। स्टिंगिंग सेल्स या फिर निमेटोब्लास्ट। ठीक है, तो एक होंगे ने एक स्टिंगिंग कैप्सूल होंगे या फिर नेमेटोसिस्ट्स होंगे ने। इन्हों के अंदर कुछ पॉइजन प्रेजेंट होंगे ਜਿਹੜੇ ਇਹਨਾਂ ਦੇ ਪ੍ਰੋਟੈਕਸ਼ਨ ਲਈ ਹੁੰਦੇ ਨੇ। ਟੈਂਟੇਕਲਸ ਤੇ ਹੁੰਦੇ ਨੇ ਤੇ ਬੋਡੀ ਤੇ ਵੀ ਹੁੰਦੇ ਨੇ। ਠੀਕ ਹੈ, ਇਹ ਹੁਣ ਡਾਇਗਰਾਮ ਦੇ ਅੰਦਰ ਆਪਾਂ ਦੇਖ ਰਹੇ, ਆਪਾਂ ਨੂੰ ਦਿਖ ਰਿਹਾ ਨੀਡੋਬਲਾਸਟ। ਨੀਡੋਬਲਾਸਟ ਇਜ਼ ਸੈਲ। ਫਿਰ ਉਸ ਤੋਂ ਬਾਅਦ ਇਹ ਜਿਹੜੇ ਡਾਇਗਰਾਮ ਇਹਦੇ ਕੁਝ ਲੇਬਲਿੰਗ ਵੀ ਦੇਖ ਲੈਂਦੇ ਆਪਾਂ ਨਾਲ ਦੇ ਕਿ ਨੀਡੋਬਲਾਸਟ ਦੇ ਪਾर्ट्स ਕੀ ਕੀ ਹੈ। ਸਭ ਤੋਂ ਪਹਿਲਾਂ ਇਹ ਤਾਂ ਹੋ ਗਿਆ ਫਲੈਸ਼ਲਾ। ठीक है, फिर उसके बाद आते ट्रिगर, ये नीडोसेल भी बोलते हैं। दिस इज नीडोसेल या फिर ट्रिगर। फिर उसके बाद ये आ जाएगा मिड या फिर ऊपर के लंग, मिड स्लैश ऊपर क्यूलम। फिर इन्हें बोलते हैं प्लाज्मा मेम्ब्रेन। दिस इज लास्ट
ਹੁਣ ਇਹਦੇ ਅੰਦਰ ਹੋਏਗਾ ਹੀਮੈਟੋਸਿਸਟ, ਤੇ ਇਹਦੇ ਅੰਦਰ ਹੋਏਗਾ ਹਿਪਨੋਟੌਕਸਿਨ। ਹੁਣ ਜਿਹੜਾ ਹਿਪਨੋਸਿਸਟ ਹੈ ਨਾ, ਇਹਦੇ ਅੰਦਰ ਹਿਪਨੋਟੌਕਸਿਨ ਹੁੰਦਾ। ਹੁਣ ਅੱਗੇ ਚੱਲਦੇ ਆਪਾਂ ਥੋੜਾ, ਜਿਹੜੇ ਨੀਡੋਬਲਾਸਟ ਦਾ ਫੰਕਸ਼ਨ ਕੀ ਹੈ। ਜਿਹੜੇ ਨੀਡੋਬਲਾਸਟ ਹੁੰਦੇ ਨੇ, ਦੇ ਆਰ ਯੂਜ਼ਡ ਫॉर एंग्री डिटेंशन कैप्चर ऑफ दी प्रे। ਹੁਣ ਜਿਹੜੇ ਨਿਡੇਰੀਅਨਸ ਹੁੰਦੇ ਨੇ, ਇਹਨਾਂ ਕੋਲ ਟਿਸ਼ੂ ਲੈਵਲ ਆਫ ਆਰਗੇਨਾਈਜੇਸ਼ਨ ਹੁੰਦੀ ਹੈ ਤੇ ਡਿਪਲੋਬਲਾਸਟਿਕ ਹੁੰਦੇ ਨੇ, ਤੇ ਇਹਨਾਂ ਕੋਲ ਗੈਸਟ੍ਰੋਵਾਸਕੂਲਰ ਕੈਵਿਟੀ ਹੈ। ਹੁਣ ਇਹਦਾ ਇੰਪੋਰਟੈਂਟ ਮੈਂ ਥੋੜੀ ਦੇਰ ਦੱਸਦੇ ਗੈਸਟ੍ਰੋਵਾਸਕੂਲਰ ਕਿਉਂ ਬਣਿਆ ਗਿਆ। ਫਿਰ ਉਸ ਤੋਂ ਬਾਅਦ ਆਏਗਾ ਇਹਨਾਂ ਕੋਲ ਇੱਕ ਸਿੰਗਲ ਹੀ ਓਪਨਿੰਗ ਹੁੰਦੀ ਹੈ ਜਿਹਨੂੰ ਮਾਊਥ ਬੋਲਦੇ ਨੇ ਜਾਂ ਫਿਰ ਹਾਈਪੋਸਟੋਮ ਬੋਲਦੇ ਨੇ। ਡਾਈਜੈਸ਼ਨ ਐਕਸਟਰਾ ਸੈਲਰ ਹੁੰਦੀ, ਜਿਵੇਂ ਹਿਊਮਨਸ ਵੀ ਐਕਸਟਰਾ ਸੈਲਰ ਹੁੰਦੀ ਹੈ। ਹਿਊਮਨ ਅੰਦਰ ਐਕਸਟਰਾ ਸੈਲਰ ਕਿਵੇਂ ਹੈ ਕਿ ਜਿਹੜੀ ਸਟਮਕ ਹੈ ਉਹਦੇ ਅੰਦਰ ਡਾਈਜੈਸਟਿਵ ਜੂਸਸ ਰਿਲੀਜ਼ ਹੁੰਦੇ। ਸਟਮਕ ਇਜ਼ ਅ ਕੈਵਿਟੀ ਤੇ ਇਹਦੇ ਅੰਦਰ ਫੂਡ ਹੁੰਦੇ ਜਿਹੜੇ ਡਾਈਜੈਸਟ ਹੋ ਜਾਂਦੇ। ਤੇ ਉਸ ਤੋਂ ਬਾਅਦ ਇਹਦੇ ਅੰਦਰ ਇੰਟਰਾ ਸੈਲਰ ਵੀ ਹੋ ਸਕਦੀ ਹੈ, ਮਤਲਬ ਕੁਝ ਪਾਰਟ ਐਕਸਟਰਾ ਕੁਝ ਇੰਟਰਾ ਹੈ। ਹੁਣ ਆਉਂਦੇ ਕਿ ਸਮ ਆਫ ਦੀ ਨਿਡੇਰੀਅਨਸ, ਫॉर एग्जांपल ਕੋਰਲ ਨੇ ਉਹ ਵੀ ਨਿਡੇਰੀਅਨ ਨੇ। then the skeleton ਹੁੰਦਾ and it is composed of calcium carbonate। ਕੋਰਲਸ ਹੁੰਦੇ ਨੇ, ਸਕੈਲਟਨ ਹੈ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੋਇਆ। ਜਿਹੜੇ ਨਿਡੇਰੀਅਨਸ ਹੈ ਉਹ ਦੋ ਬੇਸਿਕ ਫਾਰਮਸ ਐਗਜ਼ਿਬਿਟ ਕਰਦੇ ਨੇ, ਟੂ ਬੇਸਿਕ ਬॉडी ਫਾਰਮਸ, ਪੋਲਿਪ, ਮੈਡੂਸਾ। ਠੀਕ ਹੈ, the formula is a sessile cylindrical form like hydra, adamsia। ਹੁਣ ਇਹ एग्जांपल्स आ गया, एग्जांपल्स ठीक है। एक मिनट, हाइड्रा, एडेंसिया, पॉलिप के एग्जांपल है। ਤੇ ਉਸ ਤੋਂ ਬਾਅਦ ਆਏਗਾ ਜਿਹੜਾ ਵੇਅਰਐਜ਼ ਲੈਟਰ ਹੈ, ਜਿਹੜਾ ਮਤਲਬ ਕਿ ਮੈਡੂਸਾ, ਉਹ ਇੱਕ ਅੰਬ੍ਰੇਲਾ ਸ਼ੇਪਡ ਹੁੰਦਾ ਤੇ ਫ੍ਰੀ ਸਵਿਮਿੰਗ ਹੁੰਦੀ ਹੈ ਤੇ ਔਰੇਲੀਆ ਜਾਂ ਫਿਰ ਜੈਲੀਫਿਸ਼ ਉਹ ਐਗਜ਼ਿਬਿਟ ਕਰਦੇ ਨੇ। ਹੁਣ ਇਹਦੀ ਥੋੜੀ ਡਾਇਗਰਾਮ ਦੇਖ ਲੈਂਦੇ ਹਾਂ ਆਪਾਂ ਕਿ ਦੋ ਫਾਰਮਸ ਹੁੰਦੀਆਂ ਨੇ, ਔਰੇਲੀਆ ਜਾਂ ਫਿਰ ਮੈਡੂਸਾ ਜਿਹੜੀ ਹੁੰਦੀ ਹੈ ਫ੍ਰੀ ਸਵਿਮਿੰਗ ਜੈਲੀਫਿਸ਼ ਦੇ ਅੰਦਰ, ਤੇ ਦੂਜੀ ਹੁੰਦੀ ਹੈ ਪੋਲਿਪ ਜਿਹੜੇ ਐਡੈਂਸਿਆ ਐਗਜ਼ਿਬਿਟ ਕਰਦੇ ਨੇ ਜਾਂ ਫਿਰ ਹਾਈਡਰਾ। ਹੁਣ ਆ ਗਿਆ ਅੱਗੇ ਕਿ ਜਿਹੜੇ ਨਿਡੇਰੀਅਨਸ ਹੈ ਉਹ ਇਹ ਦੋ ਬॉडी ਫਾਰਮ ਜਿਹੜੇ ਐਗਜ਼ਿਬਿਟ ਕਰਦੇ ਨੇ ਨਾ, ਕੁਝ ਤਾਂ ਮਤਲਬ ਐਕਸਕਲੂਸਿਵਲੀ ਇੱਕ ਹੀ ਬॉडी ਫਾਰਮ ਦਿਖਾਉਂਦੇ ਨੇ, ਬਟ ਕੁਝ ਹੁੰਦੇ ਨੇ ਉਹ ਐਗਜ਼ਿਬਿਟ ਕਰਦੇ ਨੇ ਆਲਟਰੇਸ਼ਨ ਆਫ ਫਾਰਮਸ, ਆਲਟਰੇਸ਼ਨ ਆਫ ਜਨਰੇਸ਼ਨ, ਸੌਰੀ ਮੈਟਾਜੈਨੇਸਿਸ। ਮਤਲਬ ਕਿ ਇੱਕ ਦੇ ਅੰਦਰ ਉਹ ਪੋਲਿਪ ਹੋਣਗੇ, ਫਿਰ ਪੋਲਿਪਸ ਹੈ ਜਿਹੜੇ ਮੈਡੂਸਾ ਪ੍ਰੋਡਿਊਸ ਕਰਨਗੇ ਇਹ ਸੈਕਸ਼ੁਅਲੀ, ਤੇ ਫਿਰ ਮੈਡੂਸਾ ਬਣ ਗਈ ਉਹ ਸੈਕਸ਼ੁਅਲੀ ਪ੍ਰੋਡਿਊਸ ਕਰੇਗਾ ਪੋਲਿਪ ਫਾਰਮ। ਤੇ ਕੌਣ ਐਗਜ਼ਿਬਿਟ ਕਰਦਾ ਹੈ? ਓਬੇਲੀਆ। ਹੁਣ ਕੁਝ ਐਗਜ਼ਾਮਪਲਸ ਹੈ, ਐਗਜ਼ਾਮਪਲਸ ਦੇ ਅੰਦਰ ਆ ਜਾਏਗਾ ਫਾਈਸੀਲੀਆ ਜਿਹਨੂੰ ਪੋਰਚੁਗੀਜ਼ ਮੈਨ ਆਫ ਵਾਰ ਬੋਲਦੇ ਨੇ, ਐਡੈਂਸੀਆ ਜਿਹੜਾ ਸੀ ਐਨੀਮੋਨ ਹੁੰਦਾ, ਪੈਨੀਟੂਲਾ ਸੀ ਪੈਨ, ਜੋਰਜੀਨਾ ਸੀ ਫੈਨ ਤੇ ਮਿਆਂਡਰੀਨਾ ਰੇਨ ਕੋਰਲ। ਇਹਨਾਂ ਦੇ ਕੁਝ ਹੋਰ ਇੰਪੋਰਟੈਂਟ ਐਗਜ਼ਾਮਪਲਸ ਐਡ ਆਨ ਕਰਦੇ ਆਪਾਂ, ਜਿਵੇਂ ਹੁਣ ਆ ਗਿਆ ਹਾਈਡਰਾ। ਹਾਈਡਰਾ ਇੱਕ ਫਰੈਸ਼ ਵਾਟਰ ਪੋਲਿਪ ਹੈ, ਇਹਨੂੰ ਸੀ ਵਾਟਰ ਸਰਪੈਂਟ ਵੀ ਬੋਲਦੇ ਨੇ, ਵਾਟਰ ਸਰਪੈਂਟ। ਤੇ ਉਸ ਤੋਂ ਇਲਾਵਾ ਆ ਜਾਏਗਾ ਫੰਜੀਆ ਹੈ ਜਿਹਨੂੰ ਮਸ਼ਰੂਮ ਕੋਰਲ ਬੋਲਦੇ ਹੈ, ਜਾਂ ਫਿਰ ਬੈਡਰੀਪੋਰਾ ਹੈ ਜਿਹਨੂੰ ਸਟੈਗਹੋਰਨ ਕੋਰਲ ਬੋਲਦੇ ਨੇ। ਜਿਵੇਂ ਕਰਕੇ ਕਾਫੀ ਹੈ, ਬਟ I guess these are the important ones। ठीक है, ये तीन चार इंपॉर्टेंट है। एंड सिंस इनका दी एनसीईआरटी डायग्राम भी है ਜਿਹੜੇ ਵੀ ਉਹ ਅੱਛੀ ਤਰ੍ਹਾਂ ਯਾਦ ਕਰਨੀ। ਦੇਖੋ ਡਾਇਵਰਸਿਟੀ ਦੇ ਨਾਲ ਇਨਫੋਰਮੇਸ਼ਨ ਬਹੁਤ ਕੁਝ ਹੈ ਪੜ੍ਹਨ ਲਈ, ਉਹ ਹਰ ਚੈਪਟਰ 'ਚ ਹੁੰਦੀ ਹੈ, ਬਟ ਸਭ ਤੋਂ ਪਹਿਲਾਂ ਤੁਹਾਡਾ ਮੇਨ ਟਾਰਗੇਟ ਇਹੀ ਹੋਣਾ ਚਾਹੀਦਾ ਕਿ ਜਿੰਨੀ ਵੀ ਇਨਫੋਰਮੇਸ਼ਨ ਐਨਸੀਈਆਰਟੀ ਦੇ ਅੰਦਰ ਹੈ ਉਹ ਅੱਛੀ ਤਰ੍ਹਾਂ ਯਾਦ ਹੋ ਜਾਏ, ਤੇ ਪ੍ਰੀਵੀਅਸ ਈਅਰ ਦੇ ਅੰਦਰ ਜਿੰਨੀ ਵੀ ਇਨਫੋਰਮੇਸ਼ਨ ਹੈ ਪ੍ਰੀਵੀਅਸ ਈਅਰ ਕੁਐਸਚਨ ਦੇ ਅੰਦਰ ਕਿ ਉਹ ਵਾਲੀ ਸਾਰੀ ਇਨਫੋਰਮੇਸ਼ਨ ਅੱਛੀ ਤਰ੍ਹਾਂ ਆਪਾਂ ਨੂੰ ਆਉਂਦੀ ਹੋਵੇ, ਤਾਂ ਕਿ ਉਸ ਤੋਂ ਬਾਅਦ ਹੀ ਆਪਾਂ ਐਕਸਟਰਾ ਇਨਫੋਰਮੇਸ਼ਨ ਦੇ ਉੱਤੇ ਮੂਵ ਔਨ ਕਰ ਸਕਦੇ ਹਾਂ। ਹੁਣ ਕੁਝ ਐਡ ਔਨ ਪੁਆਇੰਟਸ ਜਿਹੜੇ ਇੰਪੋਰਟੈਂਟ ਹੈ ਜਾਂ ਫਿਰ ਐਨਡੀਏ ਦੇ ਮੌਕ ਟੈਸਟ ਦੇ ਅੰਦਰ ਆ ਚੁੱਕੇ ਨੇ, ਉਹਨਾਂ ਨੂੰ ਥੋੜਾ ਡਿਸਕਸ ਕਰਦੇ ਹਾਂ ਕਿ ਜਿਹੜੇ ਐਨਡੀਏ ਦੇ ਮੌਕ ਟੈਸਟ ਸੀਗੇ ਨਾ ਉਹਨਾਂ ਦੇ ਅੰਦਰ ਕੁਝ ਔਰਗਨ ਸਿਸਟਮਸ ਦੇ ਬਾਰੇ ਪੁੱਛਿਆ ਗਿਆ ਸੀਗਾ ਕਿ ਕਿਵੇਂ ਕਿਵੇਂ ਹੈ।
ਫਾਈਲਮ ਦਾ ਸਿਲੈਂਟ੍ਰੇਟਸ ਦਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਡਾਈਜੈਸ਼ਨ ਕਿਵੇਂ ਸੀਗੀ। ਤਾਂ ਡਾਈਜੈਸ਼ਨ ਲਈ ਆਪਾਂ ਨੇ ਦੇਖਿਆ ਕਿ ਐਕਸਟਰਾ ਸੈਲਰ ਹੁੰਦੀ ਸੀ ਤੇ ਇੰਟਰਾਸੈਲਰ ਵੀ ਹੁੰਦੀ ਸੀ, ਤੇ ਉਸਦੇ ਲਈ ਗੈਸਟ੍ਰੋਵੈਸਕੂਲਰ ਕੈਵਿਟੀ ਸੀ। ਹੁਣ ਇਹਦੇ ਵਰਡ ਆ ਗਏ ਵੈਸਕੂਲਰ। ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਐਸਚ ਕੁछ ਸਰਕੂਲੇਟਰੀ ਸਿਸਟਮ ਤਾਂ ਪ੍ਰੈਜ਼ੈਂਟ ਨਹੀਂ ਹੈ, ਕਿਸੇ ਸਰਕੂਲੇਟਰੀ ਸਿਸਟਮ ਐਬਸੈਂਟ ਹੈ, ਬਟ ਇਹਨਾਂ ਕੋਲ ਇੱਕ ਗੈਸਟ੍ਰੋਵੈਸਕੂਲਰ ਕੈਵਿਟੀ ਹੁੰਦੀ ਹੈ ਤੇ ਐਂਟੀ ਦੇ ਮੌਕਟੇਲ ਦੇ ਅੰਦਰ ਆ ਚੁੱਕਿਆ। ਹੁਣ ਦੂਜਾ ਆਂਦਾ ਨਰਵ ਨੈਟ ਦੇ ਬਾਰੇ। ਨਰਵ ਨੈਟ ਦਾ ਕੀ ਮਤਲਬ ਹੈ ਕਿ ਜਿਹੜਾ ਨਰਵਸ ਸਿਸਟਮ ਹੈ ਉਹਦੇ ਲਈ ਸਿਲੈਂਟ੍ਰੇਟਸ ਦੇ ਅੰਦਰ ਨਰਵ ਨੈਟ ਪ੍ਰੈਜ਼ੈਂਟ ਹੈ। ਤਾਂ ਪੂਰੇ ਸਾਈਡ ਤੇ ਲਿਖ ਕੇ ਰੱਖਿਆ, ਕੁਝ ਵੀ ਅਗਰ ਇੰਪੋਰਟੈਂਟ ਹੈ ਨਰਵਸ ਸਿਸਟਮ ਦੇ ਨਰਵ ਨੈਟ ਪ੍ਰੈਜ਼ੈਂਟ। ਬਟ ਜਿਹੜਾ ਫਾਈਲਮ ਪੋਰੀਫੇਰਾ ਸੀਗਾ ਉਹਦੇ ਅੰਦਰ ਕੋਈ ਵੀ ਨਰਵ ਨੈਟ ਨਹੀਂ ਪ੍ਰੈਜ਼ੈਂਟ ਸੀਗਾ। ਠੀਕ ਹੈ, ਨਰਵ ਨੈਟ ਹੋ ਗਿਆ। ਹੁਣ ਉਸ ਤੋਂ ਬਾਅਦ ਆ ਜਾਏਗਾ ਐਕਸਕ੍ਰੀਸ਼ਨ। ਐਕਸਕ੍ਰੀਸ਼ਨ ਤਾਂ ਐਕਸਚੇਂਜ ਦੇ ਥਰੂ ਹੀ ਹੁੰਦੀ ਹੈ। ਐਸ ਸੱਚ ਐਕਸਕ੍ਰੀਸ਼ਨ ਤਾਂ ਐਬਸੈਂਟ ਹੀ ਰਹਿੰਦੀ ਹੈ, ਮਤਲਬ ਸਿਸਟਮ ਐਬਸੈਂਟ ਹੁੰਦਾ। ਫਿਰ ਉਸ ਤੋਂ ਬਾਅਦ ਆ ਜਾਏਗਾ ਬਾਕੀ ਰੀਪਰੋਡਕਸ਼ਨ। ਹੁਣ ਰੀਪਰੋਡਕਸ਼ਨ ਦੇ ਬਾਰੇ ਦੇਖਦੇ ਹਾਂ ਆਪਾਂ। ਹੁਣ ਰੀਪਰੋਡਕਸ਼ਨ ਦੇ ਅੰਦਰ ਕੀ ਹੈ ਕਿ ਜਾਂ ਤਾਂ ਏਸੈਕਸ਼ੁਅਲ ਹੋ ਸਕਦੀ ਹੈ, ਤੇ ਏਸੈਕਸ਼ੁਅਲ ਦੇ ਅੰਦਰ ਆਏਗਾ ਐਕਸੋਜੀਨਸ ਬਰਡਿੰਗ। ਫਿਰ ਸੈਕਸ਼ੁਅਲ ਫਾਰਮ ਆਏਗੀ। ਸੈਕਸ਼ੁਅਲ ਦੇ ਅੰਦਰ ਹੁਣ ਦੋ ਚੀਜ਼ਾਂ ਨੇ, या तो हर्माफ्रोडाइट है हाइड्रा, या फिर डाइशियस है, मतलब दो ऑर्गेनिजम्स रहते हैं। तो आ जाएगा ओबेलिया। फिर आएगा फर्टिलाइजेशन। फर्टिलाइजेशन भी आगे दो है, इंटरनल या एक्सटर्नल। इंटरनल इज एग्जिबिटेड बाय हाइड्रा and external is exhibited by obelia। फिर आ जाएगा डेवलपमेंट डायरेक्ट या फिर इनडायरेक्ट। डायरेक्ट होती है हाइड्रा के अंदर, इनडायरेक्ट होगी ओबेलिया ऑब्वियसली, क्योंकि ये चेंज ऑफ फॉर्म दिखाता जिन्होंने आप की बोलते हैं मेटाजेनेसिस। फिर उसके बाद आएगा लार्वल फॉर्म्स। लार्वल फॉर्म्स तक किवें है कि ओबेलिया दी लार्वल फॉर्म दा नाम है ओबेलिया प्लान्युला। ते जेलीफिश या फिर मेड्यूसा दी लार्वल फॉर्म दा नाम की है एफायरा। ठीक है, हम नर्वस सिस्टम की गल हो चुकी है, भी पूछा जा चुके। हुण एक होर स्टेटमेंट आई सी, मतलब ऐसा हाइड्रा लई कि इहदे कोल मैनी टेस्टिस ते सिंगल ओवरी हुंदी है। तो दिस इज ऑल अबाउट फाइलम सिलेंट्रेटा। तो अज आपां ने की देखिया? सब तो पहला तो आपां ने वही क्लासिफिकेशन देखी किवें कर सकते हो। क्लासिफिकेशन लिए आपने बेसिस ऑफ ऑर्गेनाइजेशन देखा, सेल, टिश्यू, ऑर्गन सिस्टम। उसके बाद फिर आपने ऑर्गन सिस्टम लेवल पे भी देखा कि डाइजेस्टिव सिस्टम के अंदर या फिर सर्कुलेटरी सिस्टम के अंदर किस बेसिस पे डिवीजन होती है। फिर उस तो बाद आंदे की उस तो बाद आ गया अपन सिमेट्री देख लिया। फिर सिमेट्री के बाद अपन डिप्लोब्लास्टिक ऑर्गेनाइजेशन देखा, तो मेसोग्लिया ते मेसोडर्म दे विच बिल्कुल कोई भी कंफ्यूजन नहीं रखनी है। फिर आएगा सीलम। सीलम ते अपन ने देखा कि ए सीलम विच सूडोसीलमिड्स ते
ਸੀਲੋਮੇਟਸ ਦੇ ਅੰਦਰ ਕਿਵੇਂ ਤੇ ਅੱਗੇ ਆਪਾਂ ਨੇ ਸੀਲੋਮੇਟਸ ਨੂੰ ਸਾਈਜ਼ੋਸੀਲਮ ਤੇ ਟੈਰਾਸੀਲਮ ਦੇ ਕਲਾਸੀਫਾਈ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਨੇ ਇਹ ਵੀ ਦੇਖਿਆ ਪ੍ਰੋਟੋਸਟੋਮਸ ਤੇ ਡਿਊਟਰੋਸਟੋਮਸ ਦੇ ਬਾਰੇ ਥੋੜਾ। ਐਸਾ ਚ ਇੰਨਾ ਇੰਪੋਰਟੈਂਟ ਨਹੀਂ ਹੈ, ਬਟ ਇੱਕ ਵਾਰ ਕਿਸੇ ਐਨਟੀ ਦੇ ਮੌਕ ਟੈਸਟ ਅੰਦਰ ਆਇਆ ਸੀ ਤਾਂ ਕਰਕੇ ਦੱਸਿਆ ਗਿਆ ਹੈ। ਫਿਰ ਉਸ ਤੋਂ ਬਾਅਦ ਆਉਂਦੇ ਆ ਨੋਟੋਕॉर्ड, ਮਤਲਬ ਪਹਿਲਾਂ ਸੈਗਮੈਂਟੇਸ਼ਨ ਆਏਗਾ। ਸੈਗਮੈਂਟੇਸ਼ਨ ਦਾ ਆਪਾਂ ਦੇਖਿਆ ਕਿ ਮੈਟਾਮੈਰਿਕ ਸੈਗਮੈਂਟੇਸ਼ਨ ਹੁੰਦੇ ਆ ਤੇ ਉਹਨੂੰ ਮੈਟਾਮਰਿਜ਼ਮ ਬੋਲਦੇ ਨੇ, ਤੇ ਨੋਟੋਕॉर्ड्स ਹੁੰਦੇ ਸਿਰਫ ਕੋਆਰਡੀਨੇਟਸ ਦੇ ਅੰਦਰ। ਇਹਨਾਂ ਨੂੰ ਇਹ ਐਨੀਮੇਲੀਆ ਨੂੰ ਕੋਆਰਡੀਨੇਟ ਦੇ ਅੰਦਰ ਡਿਫਰੈਂਸ਼ੀਏਟ ਕਰ ਦਿੰਦੀ ਹੈ। ਹੁੰਦਾ ਕਿ ਮੇਸੋਡਰਮਲੀ ਡਿਰਾਈਵਡ ਸਟਰਕਚਰ ਹੈ ਜਿਹੜਾ ਰੋਡ ਲਾਈਕ ਹੁੰਦਾ ਹੈ, ਡੋਰਸਲ ਸਾਈਡ ਤੇ ਪ੍ਰੈਜ਼ੈਂਟ ਹੈ ਤੇ ਐਮਬ੍ਰਿयोनिक ਡਿਵੈਲਪਮੈਂਟ ਦੀ ਐਨੀਮਲਸ ਅੰਦਰ ਤੇ ਕਲਾਸੀਫਿਕੇਸ਼ਨ ਦੇ ਇੱਕ ਚਾਰਟ ਡਿਸਕ੍ਰਾਈਬ ਕੀਤਾ। ਉਸ ਤੋਂ ਬਾਅਦ ਫਾਈਲਮ ਪੋਰੀਫੇਰਾ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਲੀਡੀਏਰੀਆ। ਹੁਣ ਇਹਦੀ ਐਗਜ਼ਾਮਪਲਸ ਯਾਦ ਰੱਖਣਾ ਇੰਪੋਰਟੈਂਟ ਹੈ ਤੇ ਵਿਦ ਡਾਇਗਰਾਮ। ਕਾਫੀ ਵਾਰ ਪੁੱਛਿਆ ਜਾਏਗਾ ਕੁਐਸਚਨ ਦੇ ਅੰਦਰ ਕਿ ਇਹ ਡਾਇਗਰਾਮ ਆ ਜਾਏਗੀ ਤਾਂ ਪਿਛਲੇ ਕੋਈ ਵੀ ਮਤਲਬ ਰਿਲੇਟਿੰਗ ਸਟੇਟਮੈਂट्स ਆ ਜਾਣਗੀਆਂ। ਸਪੋਜ਼ ਕਿ ਨਰਵਸ ਸਿਸਟਮ ਇਜ਼ ਐਬਸੈਂਟ, ਫਿਰ ਆ ਜਾਏਗਾ ਕਿ ਦੇ ਹੈਵ ਨੀਡੋਬਲਾਸਟਸ, ਫਿਰ ਉਸ ਤੋਂ ਬਾਅਦ ਆ ਜਾਏਗਾ ਕਿ ਦਿਸ ਇਜ਼ ਪੋਲਿਫਾਰਮ, ਫਿਰ ਐਵੇਂ ਕਰਕੇ ਵੇਰੀਅਸ ਸਟੇਟਮੈਂट्स ਆ ਜਾਂਦੀਆਂ। ਹੁਣ ਪੁੱਛਿਆ ਜਾਏਗਾ ਕਿਹੜੀ ਸਹੀ ਹੈ ਕਿਹੜੀ ਗਲਤ ਹੈ। ਨਰਵਸ ਸਿਸਟਮ ਇਜ਼ ਐਬਸੈਂਟ ਗਲਤ ਹੈ ਕਿਉਂਕਿ ਇਹਨਾਂ ਕੋਲ ਨਰਵਨੇਟ ਪ੍ਰੈਜ਼ੈਂਟ ਹੈ। ਪੋਲੀਫਾਰਮ ਨਹੀਂ ਹੈ, ਇਹ ਹੈ मेडुसा फॉर्म। फिर उस तो बाद आ जाएगा कि एवं करके काफी चीजें इन्हें याद रखनी इंपॉर्टेंट है डायग्राम्स पे। सो दिस इज ऑल फॉर टुडे सेशन। उस तो बाद अपन नेक्स्ट सेशन के अंदर टीनोफोराज नु कंटिन्यू करेंगे, मतलब टीनोफोरा स्टार्ट करके अगले चैप्टर कंटिन्यू करेंगे। सो हैव अ गुड डे, हैप्पी लर्निंग।